ਗੁਰੂ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੀ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਮੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਦੋਹਰਾ ਲੰਗੇ ਕੀਰਤ ਪੁਰੀ ਤੇ ਦੁੰਦਪ ਬ੍ਰਿੰਦ ਬਜਾਏ ਪਹੁੰਚੀ ਖਬਰ ਆਨੰਦਪੁਰ ਚਮੂ ਤੁਰਕ ਕੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾਉਂਦੇ ਹੋਏ ਆਪ ਜੀ ਇਤਿਹਾਸ ਦੀਆਂ ਵਿਚਾਰਾਂ ਨਾਲ ਜੁੜ ਰਹੇ ਹੋ। ਆਓ ਲੜੀਵਾਰ ਕਥਾ ਨਾਲ ਜੁੜਨਾ ਕਰੀਏ। ਕੱਲ੍ਹ ਆਪਾਂ ਸਰਵਣ ਕਰ ਰਹੇ ਸੀ ਖਾਲਸੇ ਦੀ ਚੜ੍ਹਤ ਵੇਖ ਕੇ, ਖਾਲਸਾ ਜੀ ਦੀ ਚੜ੍ਹਦੀ ਕਲਾ ਦੇਖ ਕੇ, ਜਾਹੋ ਜਲਾਲ ਦੇਖ ਕੇ ਜਿਹੜੇ ਪਹਾੜੀਏ ਭੀਮ ਚੰਦ ਵਰਗੇ ਕਹਿਲੂਰੀਏ ਰਾਜੇ ਆਦਿ ਡਰ ਗਏ ਹਨ। ਔਰ ਜਦੋਂ ਵੀ ਇਹਨਾਂ ਦਾ ਗੁਰੂ ਕੇ ਸਿੰਘਾਂ ਨਾਲ ਹੱਥ ਜੁੜਦੇ ਹਨ ਤੇ ਉਦੋਂ ਇਹ ਹਾਰ ਜਾਂਦੇ ਹਨ। ਹੁਣ ਇਹਨਾਂ ਨੇ ਸੋਚਿਆ ਕਿ ਅਸੀਂ ਇਹਨਾਂ ਨੂੰ ਹਰਾ ਨਹੀਂ ਸਕਦੇ, ਕਿਉਂ ਨਾ ਸੈਂਟਰ ਸਰਕਾਰ ਦੀ ਜਿਹੜੀ ਹੈ ਮਦਦ ਲਈ ਜਾਵੇ। ਇਹਨਾਂ ਨੇ ਫਿਰ ਸੈਂਟਰ ਸਰਕਾਰ ਭਾਵ ਔਰੰਗਜ਼ੇਬ ਦਿੱਲੀ ਵਾਲਿਆਂ ਦੇ ਕੋਲ ਆਪਣੇ ਵਜ਼ੀਰ ਭੇਜੇ ਹਨ ਵੀ ਸਾਨੂੰ ਮਦਦ ਕਰੋ, ਜੇ ਤੁਸੀਂ ਸਾਡੀ ਮਦਦ ਨਾ ਕੀਤੀ ਤੇ ਖਾਲਸਾ ਤਕੜਾ ਹੋ ਗਿਆ, ਗੁਰੂ ਗੋਬਿੰਦ ਸਿੰਘ ਦਾ ਸਾਜਿਆ ਪੰਥ, ਫਿਰ ਇਹ ਤੁਹਾਡੇ ਰਾਜ ਨੂੰ ਵੀ ਖਤਰਾ ਹੈ। ਤੇ ਉਹਨਾਂ ਨੇ ਅੱਗੋਂ ਕਿਹਾ ਸਾਨੂੰ ਇੰਨੇ ਪੈਸੇ ਦਿਓ ਫਿਰ ਫੌਜ ਭੇਜ ਦਿਆਂਗੇ। ਇਹਨਾਂ ਨੇ ਮਨਾ ਮੂੰਹੀ ਪੈਸੇ, ਹਾਥੀ ਘੋੜੇ ਆਦਿ ਵਸਤੂਆਂ ਦਿੱਲੀ ਦੇ ਰਾਜੇ ਵੱਲ ਭੇਜ ਦਿੱਤੀਆਂ। ਤੇ ਫਿਰ ਉਸਨੇ 2 ਜਰਨੈਲਾਂ ਦੀ ਅਗਵਾਈ ਵਿੱਚ 10,000 ਫੌਜ ਭੇਜ ਦਿੱਤੀ ਹੈ। ਦੀਨਾ ਬੇਗ ਤੇ ਪੈਂਡੇ ਖਾਂ 5,000 ਹੀ ਇਹ ਜਰਨੈਲ ਹਨ। 10,000 ਫੌਜ ਲੈ ਕੇ ਤੁਰ ਪਏ। ਚਲੋ ਚਾਲ ਕੀਰਤਪੁਰ ਸਾਹਿਬ ਆਏ। ਕੀਰਤਪੁਰ ਸਾਹਿਬ ਇਹਨਾਂ ਨੇ ਜਾਂ ਨਗਾਰੇ ਢੋਲ ਵਜਾਏ ਤੇ ਖਬਰ ਪਹੁੰਚੀ ਅਨੰਦਪੁਰ ਸਾਹਿਬ। ਖਾਲਸਾ ਜੀ ਨੂੰ ਪਤਾ ਲੱਗਿਆ। ਉਹਨਾਂ ਨੇ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਦੱਸਿਆ ਕਿ ਮਹਾਰਾਜ ਲੱਗਦਾ ਤੁਰਕਾਂ ਦੀ ਫੌਜ ਚੜ੍ਹ ਕੇ ਆ ਗਈ ਹੈ ਪਹਾੜੀਆਂ ਦੀ ਮੱਧ ਉੱਤੇ। ਪ੍ਰੀਤਮ ਕਹਿਣ ਲੱਗੇ ਫਿਰ ਤੁਸੀਂ ਵੀ ਤਿਆਰੀਆਂ ਖਿੱਚੋ, ਇਹਨਾਂ ਨਾਲ 2 ਹੱਥ ਕਰੋ, ਕੋਈ ਗੱਲ ਨਹੀਂ ਆ ਜਾਣ ਦਿਓ। ਫਿਰ ਇੱਧਰੋਂ ਗੁਰੂ ਕੀਆਂ ਫੌਜਾਂ ਵੀ ਚੱਲਦੀਆਂ। 10ਵੇਂ ਪ੍ਰੀਤਮ ਜੀ ਵੀ ਤਿਆਰ ਹੋ ਕੇ ਨਾਲ ਜਾਂਦੇ ਆ। ਇਹ ਵਿਚਾਰਾਂ ਕੱਲ੍ਹ ਆਪਾਂ ਸਰਵਣ ਕਰ ਰਹੇ ਸੀ। ਆਓ ਇਹਨਾਂ ਵਿਚਾਰਾਂ ਨੂੰ ਅੱਗੇ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਲੰਗੇ ਕੀਰਤ ਪੁਰੀ ਤੇ ਦੁੰਦਪ ਬ੍ਰਿੰਦ ਬਜਾਈ। ਇਸ ਤਰ੍ਹਾਂ ਨਗਾਰੇ ਵਜਾਉਂਦੇ ਹੋਏ ਤੁਰਕਾਂ ਦੀ ਫੌਜ ਜਿਹੜੀ ਹੈ ਕੀਰਤਪੁਰ ਨੂੰ
ਪਾਰ ਕਰ ਗਈ ਜੀ। की खबर आनंदपुर जम्मू तुर्क की आई। ਔਰ ਇਸ ਗੱਲ ਦਾ ਪਤਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਤਿਗੁਰਾਂ ਨੂੰ, ਸਤਿਗੁਰਾਂ ਦੀ ਫੌਜ ਖਾਲਸਾ ਪੰਥ ਨੂੰ ਲੱਗਿਆ ਹੈ ਕਿ ਲੱਗਦਾ ਹੈ ਤੁਰਕਾਂ ਦੀ ਫੌਜ ਚੜ ਕੇ ਆ ਰਹੀ ਆ। ਪਗੜੀ ਛੰਦ ਸਭ ਸੈਲਪਤੀ ਕਰਕੇ ਪੁਕਾਰ ਬਹੁਤਿਓ ਦਰਦ ਦਿੱਲੀ ਮਝਾਰ। ਇਹਨਾਂ ਪਹਾੜੀ ਰਾਜਿਆਂ ਨੇ ਪੁਕਾਰ ਕਰਕੇ ਦਿੱਲੀ ਦੇ ਰਾਜੇ ਅੱਗੇ ਬਹੁਤ ਸਾਰੀ ਮਾਇਆ ਰਿਸ਼ਵਤ ਰੂਪ ਚ ਦੇ ਕਰਕੇ ਆਨੇ ਚੜਾਈ ਹੈ 10,000 ਉਮਰਾਈ ਦੋਈ ਹਿਤ ਕਰਨਦਾਰ। ਔਰ ਦੋ ਜਰਨੈਲਾਂ ਦੀ ਅਗਵਾਈ ਦੇ ਵਿੱਚ ਲੜਾਈ ਕਰਨ ਲਈ ਗੁਰੂ ਹੁਕਮ ਦੀਨੋ ਉਚਾਰ ਸਭ ਚੜ੍ਹੈ ਖਾਲਸਾ ਸ਼ਸਤਰ ਧਾਰ। ਮਹਾਰਾਜ 10,000 ਫੌਜ ਆ ਗਈ ਹੈ। ਸੂਹੀਆਂ ਨੇ ਦੱਸਿਆ ਗੁਰੂ ਕੀਆਂ ਫੌਜਾਂ ਨੂੰ। ਔਰ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਕੀ ਹੋਇਆ, ਤੁਸੀਂ ਵੀ ਤਿਆਰੀ ਖਿੱਚੋ ਤੇ ਘੋੜਿਆਂ ਤੇ ਕਾਠੀਆਂ ਕਸੋ ਜੀ। ਪ੍ਰਥਮ ਜੰਗ ਤੁਰਕਾਨ ਸੰਗ ਧਰ ਖਰ ਦੁਖ ਤੰਗ ਪੂਰੋ ਨਿਖੰਗ। ਇਸ ਤਰ੍ਹਾਂ ਗੁਰੂ ਪਿਆਰਿਓ ਪਾਤਸ਼ਾਹ ਕਹਿਣ ਲੱਗੇ ਜਲਦੀ ਤਿਆਰੀ ਕਰੋ, ਘੋੜਿਆਂ ਤੇ ਕਾਠੀਆਂ ਪਾਓ, ਕਮਰ ਕਸੇ ਕਰੋ, ਤੋਰਨ ਤੁਫੰਗ ਬੰਦੂਕਾਂ ਭਰ ਲਓ ਜੀ। ਕਾਲ ਡਾਰ ਜੀਨਨ ਤੁਰੰਗ ਕਸ ਕਮਰ ਨੀਨ ਤੂਰਨ ਤੁਫੰਗ। ਗੁਰੂ ਕੀਆਂ ਫੌਜਾਂ ਨੇ ਤੁਰੰਤ ਹੀ ਆਪਣੇ ਸ਼ਸਤਰ ਜਿਹੜੇ ਹਨ ਸਰੀਰ ਤੇ ਧਾਰਨ ਕਰ ਲਏ। ਤਿੱਖੇ ਤੀਰਾਂ ਦੇ ਪੱਥੇ, ਕਮਾਨ, ਬੰਦੂਕਾਂ ਭਰ ਲਈਆਂ ਜੀ। ਦੁਖ ਬਾਜਿਓ ਰਣਜੀਤ ਗਾਜ ਸਭ ਹੂਨ ਜਾਨ ਸੰਗਰਾਮ ਕਾਜ। ਇੱਕ ਹਾਥੀ ਦੇ ਉੱਤੇ ਨਗਾਰਾ ਫਿੱਟ ਕੀਤਾ ਹੋਇਆ ਹੈ ਤੇ ਉਸ ਨਗਾਰੇ ਤੇ ਗੁਰੂ ਕੀਆਂ ਫੌਜਾਂ ਨੇ ਚੋਟ ਲਾ ਦਿੱਤੀ ਹੈ ਦੂਰੀ ਜੰਗ ਦੇ ਮੈਦਾਨ ਦੇ। ਗੁਰਕਾਂ ਰੂਦ ਵਰਤਾਈ ਬਰਿੰਦ ਤੋੜੇ ਤੁਖਾਏ ਵੀਰਨ ਮਿਲੰਦ। ਔਰ ਗੁਰੂ ਪਿਆਰਿਓ ਗੋਲੀਆਂ, ਬਰੂਦ, ਛਿੱਕਾ, ਸ਼ਸਤਰ ਆਦਿ ਜਿਹੜੇ ਹੈ ਅਤੇ ਧੁਖਦੀਆਂ ਹੋਈਆਂ ਗੁਰੂ ਪਿਆਰਿਓ ਡੰਡੀਆਂ, ਤੋੜੇ ਆਦਿ ਜਿਨ੍ਹਾਂ ਦੇ ਨਾਲ ਬੰਦੂਕਾਂ ਚਲਾਈਆਂ ਜਾਂਦੀਆਂ ਸੀ ਪਹਿਲਾਂ, ਸਭ ਨੂੰ ਵੰਡ ਦਿੱਤੀਆਂ ਜੀ। ਚੜ ਤੁਰੰਗ ਪਰ ਵਹਿਰ ਆਈ ਜਿਤ ਸੁਨੇ ਤੁਰਕ ਤਿਤ ਸਮੁਖ ਜਾਈ। ਔਰ ਗੁਰੂ ਪਿਆਰਿਓ ਗੁਰੂ ਕੀਆਂ ਫੌਜਾਂ ਘੋੜਿਆਂ ਤੇ ਸਵਾਰ ਹੋ ਕੇ ਤੁਰੰਤ ਆਨੰਦਪੁਰੀ ਚੋਂ ਬਾਹਰ ਨਿਕਲ ਆਏ। ਜਿੱਧਰੋਂ ਤੁਰਕਾਂ ਦੀ ਆਵਾਜ਼ ਆ ਰਹੀ ਸੀ ਉਧਰ ਨੂੰ ਚੱਲ ਪਏ ਜੀ। ਕਸ ਕਸ ਤੁਫੰਗ ਗੁਲਗਾਨ ਮਾਰ ਦੁਖਿਅੰਤ ਅਗਰ ਰਿਪ ਤਰਾਸ ਧਾਰ। ਔਰ ਅੱਗੋਂ ਆਉਂਦੀ ਤੁਰਕਾਂ ਦੀ ਫੌਜ ਨੂੰ ਗੋਲੀਆਂ ਦੇ ਨਾਲ ਸਵਾਗਤ ਕੀਤਾ ਹੈ। ਸ਼ਕਰ ਪਾਰੇ ਵੰਡਣੇ ਸ਼ੁਰੂ ਕੀਤੇ ਗੋਲੀਆਂ ਦੇ। ਉਹ ਗੋਲੀਆਂ ਦੇ ਨਾਲ ਉਹਨਾਂ ਦੇ ਮੂੰਹ ਮਿੱਠੇ ਕਰਾਏ ਹਨ। ਭਾਵ ਦੁਸ਼ਮਣ ਨੂੰ ਥਾਂ ਰੋਕ ਲਿਆ ਹੈ ਜੀ। ਛੁੱਟੀ ਸ਼ਲਕ ਤੁਰਕਾਂ ਨ ਜਾਨ ਸ਼ਸਤਰਨ ਸੰਧਾਰ ਬਨ ਸਾਵਧਾਨ। ਜਦੋਂ ਇੱਧਰ ਗੁਰੂ ਕੀਆਂ ਫੌਜਾਂ ਨੇ ਸੈਂਕੜੇ ਬੰਦੂਕਾਂ ਇਕੱਠੀ ਛਲਕ ਛੱਡੀ ਹੈ ਤੇ ਤੁਰਕ ਵੀ ਸਾਵਧਾਨ ਹੋ ਗਏ ਜੀ। ਇੱਕ ਬਾਰ ਪਰੀ ਦੁੰਦ ਬਜਾਈ ਮੋਰਨ ਮਨਿੰਦ ਘੋਰਨ ਫੰਧਾਈ। ਔਰ ਮੋਰਾਂ ਦੀ ਤਰ੍ਹਾਂ ਘੋੜਿਆਂ ਨੂੰ ਇੱਧਰ ਉੱਧਰ ਮੋੜਦੇ ਹੋਏ ਗੁਰੂ ਪਿਆਰਿਓ ਨਗਾਰਾ ਵਜਾਉਂਦੇ ਹੋਏ ਤੇ ਬੰਦੂਕਾਂ ਚਲਾਉਂਦੇ ਹੋਏ ਖਾਲਸਾ ਫੌਜ ਅੱਗੇ ਵੱਧ ਰਹੀ ਹੈ। ਹਲਾਹੂਲ ਕੜਕੀ ਕਮਾਨ ਬਹੁ ਐਂਚ ਐਂਚ ਮੁਝ ਕੰਤ ਬਾਨ। ਹਲਾਹੂਲ ਹੱਲਾ ਕਰਕੇ ਇਹਨਾਂ ਨੇ ਕਮਾਨਾਂ ਦੇ ਵਿੱਚ ਤੀਰ ਪਾ ਕੇ ਖਿੱਚੀਆਂ ਤੇ ਕਮਾਨਾਂ ਤਾੜ ਤਾੜ ਕਰਦੀਆਂ ਤੇ ਤੀਰ ਜਾ ਕੇ ਦੁਸ਼ਮਣਾਂ ਦੇ ਛਾਤੀ ਵਿੱਚ ਵੱਜਦੇ ਹਨ। ਅਸ ਉਦੇ ਸਿੰਘ ਤੇ ਆਦ ਵੀਰ ਰਣ ਭੂਮ ਆਏ ਬਹੁ ਸਿੰਘ ਪੀਰ। ਇਧਰ ਘੋੜ ਸਵਾਰ ਗੁਰੂ ਕੇ ਜਰਨੈਲ ਭਾਈ ਉਦੈ ਸਿੰਘ ਆਪਣੀ ਸੈਨਾ ਨੂੰ ਲੈ ਕਰਕੇ ਸੂਰਬੀਰ ਰਣ ਭੂਮੀ ਦੇ ਵਿੱਚ ਹੋ ਯੋਧਿਆਂ ਦੇ ਨਾਲ ਨਿਤਰ ਪਏ। ਧਨ ਤੁਬਕ ਚੱਲੀ ਇੱਕ ਵਾਰ ਐਸ ਪੁਜਿਅੰਤ ਧਾਨ ਵਿੱਚ ਪਾਠ ਜੈਸ। ਗਣ ਹੁੰਦਾ ਬਹੁਤ ਸਾਰੀਆਂ ਸੈਂਕੜੇ ਬੰਦੂਕਾਂ ਜਦ ਇੱਕਦਮ ਛੱਡੀਆਂ ਤੇ ਤੁਰਕ ਘੋੜਿਆਂ ਤੋਂ ਆਏ ਡਿੱਗਦੇ ਨਾ ਜਿਵੇਂ ਭੱਠੀ ਵਿੱਚ ਦਾਣੇ ਭੁੱਜਦੇ ਹੋਣ। ਵਰਛੇ ਪਰਮਾਈ ਕਰ ਬਾਰ ਬਾਰ ਧਸ ਅੰਗ ਜਥਾ ਬਲਮੀਕ ਮਾਰ। ਬੰਦੂਕਾਂ ਚਲਾ ਕੇ ਆਪਣੇ ਮੋਢੇ ਤੇ ਪਾਈਆਂ ਤੇ ਫਿਰ ਵਰਸ਼ਾ ਕੱਢ ਲਿਆ ਫੌਜਾਂ ਨੇ। ਔਰ ਜਿਹੜੇ ਬਚ ਗਏ ਉਹਨਾਂ ਨੂੰ ਵਰਸ਼ਿਆਂ ਰਾਹੀਂ ਪਰੋਣ ਲੱਗੇ ਜੀ। ਗਿਰਤ ਹਯਨ ਤੇ ਉਥਲ ਕੋਈ ਗੁਲਕਾਨ ਸੰਗ ਫੁੱਟ ਸੀਸ ਜੋਈ। ਇਹੋ ਦੁਸ਼ਮਣਾਂ ਦੀ ਫੌਜ ਜਿਹੜੀ ਹੈ ਕਿਸੇ ਦੇ ਸਿਰ ਗੋਲੀਆਂ ਨਾਲ ਫੁੱਟ ਗਏ ਤੇ ਕਿਸੇ ਨੇ ਵਰਸ਼ਿਆਂ ਦੇ ਤੀਰਾਂ ਨੂੰ ਖਾਂਦਿਆਂ ਹੋਇਆਂ
ਘੋੜਿਆਂ ਤੋਂ ਡਿੱਗਣਾ ਕੀਤਾ ਹੈ ਜੀ। ਸਾਵਲ ਛੰਦ ਦਇਆ ਸਿੰਘ ਧਾਇਓ ਉਦੈ ਸਿੰਘ ਆਇਓ ਇਨਯਾਦ ਸਿੰਘ ਮਨੋ ਕੋਪ ਸਿੰਘੰ। ਔਰ ਭਾਈ ਦਇਆ ਸਿੰਘ, ਭਾਈ ਉਦੈ ਸਿੰਘ ਅਤੇ ਹੋਰ ਇਹਨਾਂ ਦੇ ਸਾਥੀ ਜਿਹੜੇ ਬੜੇ ਜੋਸ਼ ਗੁੱਸੇ ਦੇ ਨਾਲ ਗਰਜਦੇ ਹੋਏ ਅੱਗੇ ਵਧੇ ਜੀ। ਤੀਰ ਤੀਖੇ ਵੇਖੀਚੈ ਸਰੀਖੇ ਵੱਡੇ ਸੇਲ ਠੇਲੇ ਭਈ ਰੇਲ ਬੇਲੇ। ਕੋਈ ਸਿੰਘ ਤਿੱਖੇ ਤੀਰ ਛੱਡ ਰਿਹਾ ਤੇ ਕੋਈ ਸਿੰਘ ਹੱਥ ਵਿੱਚ ਬਰਸ਼ੇ ਸੇਲੇ ਫੜ ਕੇ ਰੇਲ ਪੇਲ ਕਰ ਲਿਆ ਦੁਸ਼ਮਣ ਨੂੰ। ਰੇਲ ਪੇਲ ਦਾ ਮਤਲਬ ਹੈ ਮਿੱਟੀ ਵਿੱਚ ਮਿਲਾ ਦੇਣਾ। ਦੁਸ਼ਮਣਾਂ ਨੂੰ ਘੋੜਿਆਂ ਤੋਂ ਥੱਲੇ ਸਿੱਟ ਰਹੇ ਹਨ। ਤਿਆਰ ਹੋਏ ਰਿਪੂ ਜਾਨ ਢੋਏ ਕਰਾ ਚੂਲ ਪਾਇਓ ਨਿਖੰਗੰ ਸੁਹਾਇਓ। ਔਰ ਇਧਰ ਮੇਰੇ ਪ੍ਰੀਤਮ ਜੀ ਵੀ ਤਿਆਰ ਪ੍ਰਤਿਆਰ ਹੋਏ, ਗਾਤਰੇ ਤਿੱਖੀ ਤਲਵਾਰ ਪਹਿਨੀ ਹੈ ਔਰ ਇੱਕ ਨਿਖੰਗ ਭਾਵ ਤੀਰਾਂ ਦਾ ਪੱਥਾ ਜਿਹੜਾ ਮੋਢੇ ਤੇ ਪਾਇਆ ਹੈ ਜੀ। ਉਦੰਡੰ ਸੰਭਾਲਾ ਕਠੋਰਨ ਉਦਾਰਾ ਮੰਗਾਇਓ ਸੁਨੀਲਾ ਸ਼ਿੰਗਾਰਿਓ ਛਬੀਲਾ। ਉਦੰਡ ਹੁੰਦਾ ਹੈ ਕਮਾਨ, ਬੜਾ ਹੀ ਸਖਤ ਕਮਾਨ ਗੁਰੂ ਪਾਤਸ਼ਾਹ ਖਿੱਚਦੇ ਹਨ। ਉਹ ਆਪਣੇ ਹੱਥ ਵਿੱਚ ਫੜਿਆ ਕਠੋਰ ਤੇ ਸਿੰਘਾਂ ਨੂੰ ਕਹਿੰਦੇ ਲਿਆਓ ਵੀ ਮੇਰਾ ਨੀਲਾ ਮੰਗਾਇਆ ਹੈ, ਜੋ ਕਿ ਸਿੰਘਾਂ ਨੇ ਬੜਾ ਸ਼ਿੰਗਾਰ ਕੇ ਲੈ ਆਂਦਾ ਹੈ ਜੀ। ਚੜਿਓ ਤਤ ਕਾਲਾ ਰਿਪੂ ਪੁੰਜ ਕਾਲਾ ਜਿਗਾ ਸੋ ਕਲੰਗੀ ਸੁਹਾਵੈ ਉਤੰਗੀ। ਔਰ ਮੇਰੇ ਪ੍ਰੀਤਮ ਜੀ ਖੱਬਾ ਪੈਰ ਰੱਖ ਕੇ ਰਕਾਬ ਦੇ ਉੱਪਰ ਘੋੜੇ ਉੱਪਰ ਸਵਾਰ ਹੋ ਗਏ, ਜਿਨ੍ਹਾਂ ਦੇ ਸੀਸ ਉੱਪਰ ਸੁੰਦਰ ਜਗ੍ਹਾ ਤੇ ਕਲੰਗੀ ਸ਼ੋਭ ਰਹੀ ਹੈ। ਨਾਰਾ ਬਜਾਇਓ ਦੁਗੋਚੈ ਲਗਾਇਓ ਹਯਨ ਇਜੇਈ ਚੱਲੇ ਸਿੰਘ ਤੇਈ। ਨਗਾਰਾ ਬਜਾਇਓ ਦੋ ਚੋਬੇ ਲਗਾਇਓ। ਇੱਕ ਚੋਬ ਦਾ ਮਤਲਬ ਕੁਝ ਹੋਰ ਹੁੰਦਾ ਤੇ ਦੋ ਚੋਬਾਂ ਦਾ ਮਤਲਬ ਹੈ ਕਿ ਅਸੀਂ ਆ ਗਏ, ਆ ਜਾਓ, ਅਸੀਂ ਤਿਆਰ ਹਾਂ ਲੜਨ ਵਾਸਤੇ। ਦੁਸ਼ਮਣ ਨੂੰ ਗੁਰੂ ਪਿਆਰਿਓ ਪ੍ਰੇਰਨਾ ਕਿ ਅਸੀਂ ਲੜਦੇ ਡਰਦੇ ਨਹੀਂ ਆ ਗਏ ਹਾਂ। ਇਸ ਤਰ੍ਹਾਂ ਨਗਾਰੇ ਤੇ 10ਵੇਂ ਪਾਤਸ਼ਾਹ ਜੀ ਨੇ ਦੂਰੀ ਚੋਬ ਲਵਾਈ ਹੈ। ਔਰ ਇਸ ਤਰ੍ਹਾਂ ਹਯੰਗਹੀਨ ਜਈ ਕੁਝ ਸਿੰਘ ਘੋੜਿਆਂ ਤੇ ਹਨ ਤੇ ਕੁਝ ਪੈਦਲ ਸੈਨਾ ਹੈ, ਜੋ ਸਤਿਗੁਰਾਂ ਦੇ ਘੋੜੇ ਦੇ ਨਾਲ ਨਾਲ ਜੰਗ ਦੇ ਵੱਲ ਭੱਜੀ ਜਾ ਰਹੀ ਹੈ। ਕੰਧੈ ਤੁਫੰਗਾ ਮਹਾਬੇਗ ਸੰਗਾ ਲਘੂ ਏਕ ਨਾਰਾ ਤਿਸੀ ਵਾਰ ਪਾਰਾ। ਔਰ ਸਿੰਘਾਂ ਦੇ ਫੌਜਾਂ ਦੇ ਮੋਢਿਆਂ ਤੇ ਬੰਦੂਕਾਂ ਲਟਕ ਰਹੀਆਂ ਹਨ। ਗੁਰੂ ਪਿਆਰਿਓ ਬੜੀ ਤੇਜ਼ੀ ਨਾਲ ਘੋੜੇ ਦੇ ਨਾਲ ਤੁਰੇ ਜਾ ਰਹੇ ਆ। ਅੱਗੇ ਇੱਕ ਨਾਲਾ ਪੈਂਦਾ ਪਾਣੀ ਦਾ ਛੋਟਾ ਜਿਹਾ, ਇਹਨੂੰ ਪਾਰ ਕਰ ਗਏ ਜੀ। ਲੜਾਈ ਮਚਾਈ ਤੈ ਉਤ ਜਾਈ ਕਦੇ ਵਾਰ ਆਵੈ ਕਦੇ ਪਾਰ ਜਾਵੈ। ਇਸ ਤਰ੍ਹਾਂ ਜੰਗ ਸ਼ੁਰੂ ਹੋ ਗਿਆ। ਗੁਰੂ ਕੀਆਂ ਫੌਜਾਂ ਨੇ ਜਾ ਕੇ ਤੁਰਕਾਂ ਦੇ ਨਾਲ ਲੜਾਈ ਸ਼ੁਰੂ ਕਰ ਦਿੱਤੀ ਹੈ। ਲੜਾਈ ਭਿਆਨਕ ਮੱਚੀ ਹੈ। ਕਦੇ ਨਾਲੇ ਦੇ ਇੱਧਰ ਹੋ ਜਾਂਦੇ ਆ, ਕਦੇ ਪਰਲੇ ਪਾਸੇ ਚਲੇ ਜਾਂਦੇ ਆ। ਉਹ ਨਾਲਾ ਛੋਟਾ ਹੀ ਸੀ। ਸੋ ਤਾਮੋ ਦਿਖਾਏ ਮਨੁ ਬਾਜ ਆਏ ਤਥਾ ਸਿੰਘ ਧਾਰੇ ਨਹੀਂ ਤਰਾਸ ਪਾਏ। ਔਰ ਸਿੰਘ ਜਿਹੜੇ ਹਨ ਇਉਂ ਦੁਸ਼ਮਣਾਂ ਟੁੱਟ ਕੇ ਪੈ ਗਏ ਜਿਵੇਂ ਬਾਜ ਮਾਸ ਨੂੰ ਦੇਖ ਕੇ ਉਹਦੇ ਉੱਪਰ ਟੁੱਟ ਕੇ ਪੈ ਜਾਂਦਾ ਹੈ। ਢੇਰ ਭਾਰੀ ਪਰੀ ਭੂਰ ਮਾਰੀ ਮਹਾਲੋਹ ਮਾਚਾ ਰਜਨ ਸਰੋਣ ਰਾਚਾ। ਬੜਾ ਰੌਲਾ ਪੈਣ ਲੱਗਿਆ ਗੁਰੂ ਪਿਆਰੋ। ਭਾਰੀ ਮੁਕਾਬਲਾ ਹੋਇਆ, ਇੱਕ ਦੂਜੇ ਦੇ ਬੜੀ ਮਾਰ ਸ਼ਸਤਰਾਂ ਦੀ ਮਾਰਦੇ ਹਨ। ਲੋਹੇ ਤੇ ਲੋਹਾ ਖੜਕਿਆ ਔਰ ਜਿਨ੍ਹਾਂ ਦੇ ਸ਼ਸਤਰ ਵੱਜੇ ਉਹਨਾਂ ਦਾ ਖੂਨ ਮਿੱਟੀ ਵਿੱਚ ਰਚ ਗਿਆ ਹੈ ਜੀ। ਪੰਚੋ ਮੁਕਤੇ ਸਿੰਘ ਜਬ ਅਰੇ ਆਲਮ ਸਿੰਘ ਵੀਰ ਸਰਤਾ ਦਰ ਤੁਰਕਾਨ ਕੋ ਅਰੇ ਸੈਲ ਸੰਗ ਧੀਰ। ਇਹ ਉਹ ਪੰਜ ਮੁਕਤੇ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਬਾਅਦ ਅੰਮ੍ਰਿਤ ਛਕਿਆ ਸੀਗਾ। ਭਾਈ ਆਲਮ ਸਿੰਘ ਹੋਰੀ ਇਹਨਾਂ ਪੰਜਾਂ ਯੋਧਿਆਂ ਨੇ ਅੱਗੇ ਹੋ ਕੇ ਤੁਰਕਾਂ ਦੀ ਫੌਜ ਨੂੰ ਰੋਕ ਲਿਆ। ਇੱਕ ਥਾਂ ਤੇ ਪਹਾੜ ਦੀ ਤੜਾ ਅੜ ਗਏ ਹਨ ਤੁਰਕਾਂ ਦੇ ਅੱਗੇ। ਇਸ ਨਾਰੇ ਕੇ ਪਾਰ ਹੀ ਰੋਕਿਓ ਦਲ ਸਮੁਦਾਇ। ਉਹ ਜਿਹੜਾ ਨਾਲਾ ਜਿਹਾ ਸੀਗਾ ਉਸ ਤੋਂ ਫੌਜਾਂ ਨੂੰ, ਤੁਰਕਾਂ ਦੀਆਂ ਫੌਜਾਂ ਨੂੰ ਪਿੱਛੇ ਹਟਾ ਦਿੱਤਾ ਹੈ। ਉਹਨਾਂ ਨੂੰ ਉਹ ਨਾਲਾ ਜਿਹੜਾ ਹੈ ਲੰਘਣ ਨਹੀਂ ਦਿੱਤਾ ਜੀ। ਤੇਰੇ ਹਜ਼ਾਰਾਂ ਪ੍ਰਾਨ ਬਿਨ ਤੇਰੇ ਤਰਾਸ ਕੋ ਪਾਈ। ਔਰ ਗੁਰੂ ਕੀਆਂ ਫੌਜਾਂ ਨੇ ਬੰਦੂਕਾਂ ਨਾਲ ਤੀਰਾਂ ਨਾਲ ਐਸਾ ਹਮਲਾ ਕੀਤਾ। ਇਹ ਝੁੰਡ ਬਣ ਕੇ ਆਇਆ ਟਿੱਡੀ ਦਲ ਦੀ ਤਰ੍ਹਾਂ, ਤੇ ਜਦ ਝੁੰਡ ਦੀ ਤਰ੍ਹਾਂ ਇਕੱਠੇ ਹੁੰਦੇ ਆ ਫੌਜੀ ਤੇ ਫਿਰ ਇੱਕ ਇੱਕ ਸ਼ਸਤਰ ਨਾਲ ਦੋ ਦੋ ਤਿੰਨ ਤਿੰਨ ਵੀ ਵੱਢੇ ਜਾਂਦੇ ਆ। ਕਹੋ ਸਤਨਾਮ।
ਵਾਹਿਗੁਰੂ ਔਰ ਕੋਈ ਵੀ ਸਿੰਘਾਂ ਦਾ ਜਿਹੜਾ ਹੈ ਸ਼ਸਤਰ ਜਾਂ ਵਾਰ ਆਲਾ ਨਹੀਂ ਜਾ ਰਿਹਾ, ਖਾਲੀ ਨਹੀਂ ਜਾ ਰਿਹਾ। ਔਰ ਦੁਸ਼ਮਣ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਫੌਜਾਂ ਜਿਹੜੀਆਂ ਉਹ ਡਿੱਗਣ ਲੱਗੀਆਂ, ਘੋੜਿਆਂ ਤੋਂ ਮਾਰੀਆਂ ਜਾਣ ਲੱਗੀਆਂ ਜੀ। ਸਾਵਲ ਛੰਦ ਚੱਲੈ ਸੋ ਤੁਫੰਗ ਯੋ ਤੁਫੰਗੈ ਭਟੰ ਅੰਗ ਭੰਗੈ ਹਯਨ ਉਤੇ ਉਥਲੈ ਨਹੀਂ ਅੰਗ ਹੱਲੈ। ਤੇ ਜਦੋਂ ਫਿਰ ਸਿੰਘਾਂ ਨੂੰ ਸਮਾਂ ਮਿਲਿਆ, ਇਹਨਾਂ ਨੇ ਫਿਰ ਦਮੂਖਾਂ ਦੁਬਾਰਾ ਭਰ ਲਈਆਂ ਤੇ ਭਰ ਕਰਕੇ ਬੰਦੂਕਾਂ ਇਹਨਾਂ ਨੇ ਜਦੋਂ ਛੱਡੀਆਂ ਤੇ ਦੁਸ਼ਮਣਾਂ ਦੇ ਅੰਗ ਭੰਗ ਕਰ ਦਿੱਤੇ। ਔਰ ਘੋੜਿਆਂ ਤੇ ਬੈਠੇ ਹੋਏ ਬੰਦੂਕਾਂ ਦੀਆਂ ਗੋਲੀਆਂ ਖਾ ਕੇ ਗੁਰੂ ਪਿਆਰਿਓ ਉਹ ਥੱਲੇ ਐਂ ਡਿੱਗ ਪਏ ਜਿਵੇਂ ਹਲਵਾਈ ਤੇਲ ਦੇ ਵਿੱਚ ਪਕੌੜੇ ਉਲਟਾਉਂਦਾ ਹੈ। ਘਰੇ ਘਾਵ ਝੱਲੈ ਪਿਛਾੜੀ ਨ ਚੱਲੈ ਬਕੈ ਮਾਰ ਮਾਰਾ ਵੱਡੋ ਹੀਲ ਡਾਰਾ। ਔਰ ਦੋਨੇ ਪਾਸਿਓਂ ਮਾਰ ਲੋ ਦਾ ਰੌਲਾ ਪੈ ਰਿਹਾ। ਜਕਾਰੇ ਖਾਲਸਾ ਆਪਣੇ ਜਕਾਰੇ ਛੱਡ ਰਿਹਾ, ਤੁਰਕ ਅਹਲੀ ਦੇ ਜਕਾਰੇ ਲਾ ਰਹੇ ਨੇ। ਇਸ ਤਰ੍ਹਾਂ ਮਾਰੋ ਮਾਰ ਹੋ ਰਹੀ ਹੈ ਔਰ ਇੱਕ ਦੂਜੇ ਨੂੰ ਹਰਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਵੱਡੇ ਹੱਲੇ ਕਰ ਰਹੇ ਹਨ। ਇਹ ਸਿੰਘ ਝੱਲੈ ਨਹੀਂ ਪੈਰ ਹੱਲੈ ਤਪੰਗੰ ਚਲਾਵੈ ਤੁਰੰਗੰ ਕੰਧਾਵੈ। ਪਰ ਗੁਰੂ ਕੀਆਂ ਫੌਜਾਂ ਪੈਰ ਅੜਾ ਕੇ ਲੜ ਰਹੀਆਂ ਹਨ, ਪਿੱਛੇ ਨਹੀਂ ਹਟ ਰਹੀਆਂ। ਘੋੜੇ ਨੂੰ ਇੱਧਰ ਉੱਧਰ ਕਰਕੇ ਦੁਸ਼ਮਣ ਨੂੰ ਨਿਸ਼ਾਨੇ ਤੇ ਲੈ ਕੇ ਸ਼ਸਤਰ ਚਲਾਉਂਦੇ ਐ, ਕਦੇ ਬੰਦੂਕ ਕਦੇ ਤੀਰ। ਤਿਸੀ ਕੋ ਤਕਾਵੈ ਤਿਸੀ ਕੋ ਗਿਰਾਵੈ ਦਸਮ 20 ਗੇਰੇ ਫਿਰੇ ਔਰ ਹੀਰੇ। ਇਸ ਤਰ੍ਹਾਂ ਸਿੰਘਾਂ ਨੇ ਇੱਕ ਸਾਈਡ ਦੇਖੀ ਆ, 10-20 ਦੁਸ਼ਮਣ ਇਕੱਠੇ ਖੜੇ ਐ, ਵੱਢ ਕੇ ਸਿਰ ਦਿੱਤੇ, ਫਿਰ ਦੂਜੇ ਪਾਸੇ ਧਿਆਨ ਮਾਰਦੇ ਐ। ਇਉਂ ਟਿੱਡੀ ਦਲ ਦੀ ਤਰ੍ਹਾਂ ਜਿੰਨੇ ਬਹੁਤੇ ਆ ਇਹ ਉਹਨੇ ਹੀ ਮਰ ਵੀ ਬਹੁਤੇ ਰਹੇ ਨੇ। ਮਰੇ ਹੇਰ ਵੀਰੰ ਕਿਤੇ ਹੋਤ ਭੀਰੰ ਘਨੇ ਗੇਰ ਕੋਰੇ ਕਿਤੇ ਪੇਟ ਫੋਰੇ। ਇਸ ਤਰ੍ਹਾਂ ਗੁਰੂ ਪਿਆਰਿਓ ਗੁਰੂ ਕੀਆਂ ਫੌਜਾਂ ਨੇ, ਯੋਧਿਆਂ ਨੇ, ਇਹਨਾਂ ਦੇ ਅਨੇਕਾਂ ਹੀ ਯੋਧੇ ਵੀਰ ਸੂਰਮੇ ਮਾਰ ਦਿੱਤੇ। ਤੇ ਜਦੋਂ ਉਹਨਾਂ ਨੇ ਆਪਣੀ ਫੌਜ ਗੁਰੂ ਪਿਆਰਿਓ ਦਾਣਿਆਂ ਦੀ ਤਰ੍ਹਾਂ ਭੁਜਰੀ ਦੇਖੀ ਹੈ, ਡਿੱਗਦੀ ਮਰਦੀ ਦੇਖੀ ਹੈ, ਤੇ ਸ਼ਤਰੂ ਜਿਹੜਾ ਸੀ ਉਹ ਘਬਰਾ ਗਿਆ ਹੈ ਜੀ। ਕਿਤੇ ਅੰਗ ਤੋਰੇ ਕਿਤੇ ਸ਼ੂਸ਼ ਦੌਰੇ ਭਏ ਛਤਰ ਪਬੌਰੇ ਮਹਾ ਦੌਰ ਭੌਰੇ। ਔਰ ਘਣੇ ਗੇਰ ਘੋਰੇ, ਕੋਈ ਘੋੜਿਆਂ ਤੋਂ ਡਿੱਗ ਪਿਆ, ਕਿਸੇ ਦਾ ਪੇਟ ਪਾਟ ਗਿਆ, ਕਿਸੇ ਦੇ ਅੰਗ ਟੁੱਟ ਗਏ, ਲੱਤਾਂ ਬਾਹਾਂ। ਔਰ ਕਿਤੇ ਸ਼ੂਸ਼ ਦੌਰੇ, ਕੋਈ ਘੋੜੇ ਤੋਂ ਸਵਾਰ ਸੀ ਜਿਹੜੇ ਉਹ ਥੱਲੇ ਡਿੱਗ ਪਏ, ਭੱਜੇ ਫਿਰਦੇ ਹਨ। ਭਏ ਸ਼ਤਰੂ ਬੌਰੇ, ਤੁਰਕਾਂ ਦੀ ਫੌਜ ਕਮਲੀ ਹੋ ਗਈ ਆ, ਕਿਉਂਕਿ ਤਿਆਰੀ ਨਹੀਂ ਸੀ। ਇਹਨਾਂ ਨੇ ਕੀ ਕਿਹਾ ਸੀਗਾ, ਭੀਮ ਚੰਦ ਵਰਗਿਆਂ ਨੇ, ਪਹਾੜੀਆਂ ਨੇ, ਉਹਨਾਂ ਕੋਲ ਕੋਈ ਖਾਸ ਫੌਜ ਤਾਂ ਹੈ ਨਹੀਂ ਜੀ। ਆਹ ਪਿੰਡਾਂ ਦੇ ਨੌਜਵਾਨ ਜਿਹੜੇ ਹੈ ਇਕੱਠੇ ਕੀਤੇ ਹੋਏ ਐ, ਨੀਵੀਆਂ ਜਾਤਾਂ ਦੇ, ਉਹਨਾਂ ਨੂੰ ਕਿਹੜਾ ਲੜਨਾ ਆਉਂਦਾ। ਇਸ ਕਰਕੇ ਸਿਆਣੇ ਕਹਿੰਦੇ ਆ ਜੇ ਗਿੱਦੜ ਮਾਰਨ ਵੀ ਜਾਣਾ ਹੋਵੇ ਤੇ ਸ਼ੇਰ ਦਾ ਇੰਤਜ਼ਾਮ ਕਰਕੇ ਜਾਣਾ ਚਾਹੀਦਾ। ਪਤਾ ਨਹੀਂ ਅੱਗੋਂ ਸ਼ੇਰ ਨਿਕਲੇ ਆਵੇ ਕੋ ਸਤਨਾਮ। ਇਹ ਰਹੇ ਆ ਵੇਸਲੇ, ਇਹਨਾਂ ਨੂੰ ਐਸੀ ਗਾਈਡੈਂਸ ਦਿੱਤੀ ਸੀਗੀ ਬਈ ਉਹਨਾਂ ਦੇ ਕੋਲ ਕਿਹੜਾ ਬਹੁਤੇ ਬੰਦੇ ਆ, ਉਹਨਾਂ ਕੋਲੇ ਕਿਹੜਾ ਯੋਧੇ ਆ। ਪਰ ਜਦੋਂ ਦੋ ਹੱਥ ਹੋਏ ਫਿਰ ਪਤਾ ਲੱਗਿਆ ਬਈ ਘੋੜੀ ਮੈਦਾਨ ਦੇ ਵਿੱਚ ਕਿਹਦੀ ਅੱਗੇ ਜਾਂਦੀ ਆ। ਤੇ ਕਮਲੇ ਹੋ ਗਏ ਤੁਰਕ, ਸਿੰਘਾਂ ਦੇ ਨਾਲ ਲੜਦੇ ਹੋਏ। ਭਏ ਸ਼ਤਰੂ ਬੌਰੇ ਮਹਾ ਡੌਰ ਭੌਰੇ, ਘਬਰਾ ਗਏ ਵੀ ਇਹਨਾਂ ਦੇ ਕਿਵੇਂ ਹਮਲਾ ਕਰੀਏ। ਔਰ ਸਿੰਘ ਬੜੀ ਜੁਗਤੀ ਨਾਲ ਗੁਰੂ ਦੀ ਕਿਰਪਾ ਸਦਕਾ ਖਿੰਡ ਕੇ ਲੜਦੇ ਆ। ਜੇ 10-12 ਇਕੱਠੇ ਖੜੇ ਹੋਣਗੇ ਤੇ ਇੱਕੋ ਗੋਲੀ ਨਾਲ 10-12 ਫੱਟੜ ਹੋ ਜਾਣਗੇ, 2-4 ਵਿੱਚੋਂ ਮਰ ਜਾਣਗੇ। ਪਰ ਗੁਰੂ ਕੀਆਂ ਫੌਜਾਂ ਨੂੰ ਗੁਰੂ ਸਾਹਿਬ ਨੇ ਬੜੀ ਸਿਖਲਾਈ ਦਿੱਤੀ ਹੈ ਕਿ ਇਕੱਠੇ ਨਹੀਂ ਖੜਨਾ, 2-2 ਗਜ ਦੀ ਫੁੱਟ ਦੀ ਲੜਾਈ ਪਾ ਕੇ ਆਪਣਾ ਫਾਸਲੇ ਨਾਲ ਖੜਨਾ ਹੈ, ਤਾਂ ਕਿ ਦੁਸ਼ਮਣ ਦੀ ਗੋਲੀ ਵਿੱਚ ਦੀ ਲੰਘ ਸਕੇ ਜਾਂ ਉਹਦਾ ਸ਼ਸਤਰ ਜਿਹੜਾ ਉਸ ਤੋਂ ਅਸੀਂ ਬਚ ਸਕੀਏ। ਤਾਂ ਦੁਸ਼ਮਣ ਦੀ ਫੌਜ ਜਿਹੜੀ ਹੈ ਟਿੱਡੀ ਦਲ ਦੀ ਤਰ੍ਹਾਂ ਇਕੱਠ ਵਿੱਚ ਆਈ ਹੈ ਤੇ ਉਸ ਇਕੱਠ ਦੇ ਅਨੇਕਾਂ ਹੀ ਉਹਨਾਂ ਦੇ ਹਜ਼ਾਰਾਂ ਹੀ ਫੌਜੀ ਮਾਰ ਕੇ ਲੰਮੇ ਪਾ ਦਿੱਤੇ ਜੀ। ਪੈਂਡ ਖਾਨਾ ਹੰਕਾਰੀ ਮਹਾਨਾ ਪ੍ਰਹਾਰੈ ਸੁਬਾਨਾ ਨ ਕੋ ਸਮਾਨਾ। ਹੁਣ ਗੁਰੂ ਪਿਆਰਿਓ ਜਰਨੈਲ ਨੇ ਦੇਖਿਆ, ਪੈਂਡੇ ਖਾਨ ਨੇ, ਬਈ ਇਹ ਤਾਂ ਯਾਰ ਬੜੇ ਤਕੜੇ ਐ ਤੇ ਮੈਂ ਕਿਹੜਾ ਘੱਟ ਹਾਂ, ਇਹ ਅੱਗੇ ਆਇਆ ਹੈ ਜਿਹਦੇ ਵਰਗਾ ਯੋਧਾ ਕੋਈ ਨਹੀਂ ਸੁਣਿਆ। ਕਹਿੰਦੇ ਤਬੈ ਦੇਖ ਜੁਦਾ ਹਿਰਦੈ ਕੀਨ ਕ੍ਰੋਧਾ ਤਬੈ ਅਗਰ ਆਇਓ ਸੋ ਉੱਚੈ ਸੁਨਾਇਓ। ਔਰ ਜੰਗ ਦੇ ਮੈਦਾਨ ਵਿੱਚ ਆਪਣੀ ਫੌਜ ਨੂੰ ਮਰਦੀ ਦੇਖ ਕੇ ਗੁਰੂ ਪਿਆਰਿਓ ਪੈਂਡੇ ਖਾਂ ਅੱਗੇ ਆਇਆ ਹੈ। ਗੋਸ਼ਟ
ਗੁੱਸੇ ਵਿੱਚ ਬੋਲਿਆ, ਜੋਸ਼ ਵਿੱਚ ਬੋਲਿਆ ਹੈ। ਕੀ ਕਹਿੰਦਾ ਹੈ ਦੋਹਰਾ? दीन मजब को युद्ध एहे हम जूझन को आए, गुरु तुम्हारे बट बली मोह कह बहुत सुनाए। ਕਹਿਣ ਲੱਗਿਆ ਪੈਂਡੇ ਖਾਂ ਇਹ ਧਰਮ ਦਾ ਯੁੱਧ ਹੈ, ਅਸੀਂ ਯੁੱਧ ਕਰਨ ਵਾਸਤੇ ਆਏ ਹਾਂ। ਤੁਹਾਡੇ ਗੁਰੂ ਜੀ ਬੜੇ ਬਲਵਾਨ ਹਨ, ਮੈਂ ਬਹੁਤ ਸੁਣਿਆ ਉਹਨਾਂ ਬਾਰੇ। लरो ताहे संगा पिखो मोह जंगा, अबै आप आवै सो हाथन दिखावै। ਸਤਿਗੁਰੂ ਪਾਤਸ਼ਾਹ ਜੀ ਨੂੰ ਆਵਾਜ਼ ਮਾਰ ਲਈ ਹੈ, ਕਹਿੰਦਾ ਮੈਂ ਤੁਹਾਡੇ ਗੁਰੂ ਨਾਲ ਲੜੂੰਗਾ। ਬਥੇਰਾ ਮੈਂ ਸੁਣਿਆ ਕਿ ਕਹਿੰਦੇ ਬੜਾ ਬਲਵਾਨ ਹੈ ਤੁਹਾਡਾ ਗੁਰੂ, ਉਹ ਆਵੇ ਮੇਰੇ ਨਾਲ ਲੜਨ ਵਾਸਤੇ। दिखै मोर हाथा लरै बान साथा, अह चाह मोरी लरो नाहे औरी। ਕਹਿੰਦਾ ਮੈਂ ਤੁਹਾਡੇ ਜਰਨੈਲ ਭਾਵ ਗੁਰੂ ਗੋਬਿੰਦ ਸਿੰਘ ਨਾਲ ਲੜਨਾ ਹੈ, ਜਿਹੜਾ ਤੁਹਾਡਾ ਮੁਖੀ ਹੈ, ਉਹਨੂੰ ਭੇਜੋ। ਮੈਂ ਵੀ ਦੋ ਹੱਥ ਕਰਨੇ ਚਾਹੁੰਦਾ ਹਾਂ, ਮੈਂ ਹੋਰ ਕਿਸੇ ਨਾਲ ਨਹੀਂ ਲੜਨਾ। ਮੇਰੀ ਇੱਛਾ ਹੈ ਕਿ ਮੈਂ ਤੁਹਾਡੇ ਗੁਰੂ ਨਾਲ ਲੜਨਾ ਹੈ, ਜਿਹਨੂੰ ਬਾਹਲਾ ਬਲਵਾਨ ਦੱਸਦੇ ਆ। ਦੇਖੋ ਤੀਰ ਵਿਦਿਆ ਕਰੈ ਵੀਰ ਵਿਦਿਆ, ਜਬੈ ਬਾਕ ਗਾਏ ਇਤੇ ਵਿੱਚ ਆਏ। ਕਹਿੰਦਾ ਵੇਖੋ ਮੇਰੇ ਵੀ ਤੀਰਾਂ ਦੀ ਵਿਦਿਆ, ਮੈਂ ਵੀ ਬੜਾ ਤੀਰ ਕਮਾਨ 'ਚ ਹੀ ਹਾਂ, ਮੇਰੇ ਵੀ ਤੀਰ ਚੱਲਦੇ ਵੇਖਣ। ਭੇਜੋ ਤੁਹਾਡੇ ਗੁਰੂ ਗੋਬਿੰਦ ਸਿੰਘ ਨੂੰ, ਔਰ ਮੈਂ ਕਿਵੇਂ ਸੂਰਮਿਆਂ ਨੂੰ ਵਿੰਨ੍ਹਦਾ ਹਾਂ। ਜਦੋਂ ਉਸ ਨੇ ਇਹ ਲਲਕਰਾ ਮਾਰਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸੱਦਾ ਦਿੱਤਾ ਹੈ। ਅਲੰਕਾਰ ਚਾਰੂ ਦਿਪੈ ਰੂਪ ਭਾਰੂ, ਸੋ ਨੀਲਾ ਕੋਦਾਇਓ ਸਭੈ ਮੈਂ ਸੁਹਾਇਓ। ਸਤਿਗੁਰਾਂ ਦੇ ਕੰਨ ਵਿੱਚ ਆਵਾਜ਼ ਪਈ ਹੈ, ਪੈਂਡੇ ਖਾਂ ਮੇਰੇ ਨਾਲ ਲੜਨਾ ਚਾਹੁੰਦੇ ਤੇ ਪਾਤਸ਼ਾਹ ਲਾ ਕੇ ਨੀਲੇ ਨੂੰ ਅੱਡੀ ਮੈਦਾਨ ਦੇ ਵਿਚਾਲੇ ਆ ਗਏ ਜੀ। ਗੁਰੂ ਬਾਕ ਭਾਖਾ ਸੁਨੋ ਖਾਨ ਬਾਮਖ, ਮਹਾ ਸ਼ਤਰ ਮੇਰਾ ਵਿਜੈ ਜੰਗ ਹੀਰਾ। ਤੋ ਮਾਖਾ ਕਹਿੰਦੀ ਉਹ ਵੱਡਿਆ ਖਾਨਾ, ਉਹ ਗੁੱਸੇ ਵਾਲਿਆ ਖਾਨਾ। ਮਾਖਾ ਮਖਿਆਲ ਗੁੱਸੇ 'ਚ ਭਜਦਾ ਜਿਵੇਂ, ਕਹਿੰਦੇ ਉਹ ਵੱਡੇ ਗੁੱਸੇ ਵਾਲਾ ਖਾਨ ਪੈਂਡੇ ਖਾਨ, ਤੂੰ ਮੇਰਾ ਵੱਡਾ ਵੈਰੀ ਹੈ, ਤੂੰ ਜੰਗ ਜਿੱਤਣੀ ਚਾਹੁੰਦਾ ਹੈ ਤੇ ਆ ਫਿਰ। ਦੇਖੋ ਹਾਥ ਤੇਰੇ ਸਹੋਬਾਨ ਮੇਰੇ, ਕਰੋ ਵਾਰ ਆਈ ਬਿਸੂਰੈ ਪਿਛਾਈ। ਪਾਤਸ਼ਾਹ ਕਹਿੰਦੇ ਪਹਿਲਾਂ ਮੈਂ ਤੇਰੇ ਤੀਰ ਦੇਖ ਲਵਾਂ ਕਿਵੇਂ ਚਲਾਉਣਾ ਤੂੰ, ਤੈਨੂੰ ਪਹਿਲਾਂ ਵਾਰੀ ਦਿੰਨੇ ਆ, ਤੂੰ ਪਹਿਲਾਂ ਸਮਾਂ ਲੈ ਲੈ, ਪਿੱਛੋਂ ਪਛਤਾਉਣਾ ਪਵੇਗਾ ਕਿ ਮੇਰੇ ਤੀਰ ਚਲਾਉਣ ਦਾ ਸਮਾਂ ਨਹੀਂ ਲੱਗਿਆ। ਸੁਨੀ ਪੈਂਡ ਖਾਨਾ ਦਿਲੇਰੀ ਮਹਾਨਾ, ਹਿਰਦੈ ਵਿੱਚ ਜਾਨਾ ਨਹੀਂ ਤਰਾਸ ਮਾਨਾ। ਪੈਂਡੇ ਖਾਂ ਸੁਣ ਕੇ ਬੜਾ ਦਲੇਰ ਹੋ ਗਿਆ ਵੀ ਮੈਨੂੰ ਪਹਿਲਾ ਟਾਈਮ ਦੇਤਾ, ਮੈਂ ਤਾਂ ਤੀਰ ਮਾਰ ਹੀ ਦੇਣਾ, ਬਸ ਫਿਰ ਇਹਨਾਂ ਤੋਂ ਵੱਜਣਾ ਨਹੀਂਗਾ। ਪਰ ਦਿਲ 'ਚ ਇਹ ਵੀ ਸੋਚਦਾ ਵੀ ਜਰਨੈਲ ਯੋਧਾ ਇਹ ਵੀ ਹੈ, ਐਵੇਂ ਤਾਂ ਪਹਿਲਾ ਟਾਈਮ ਦਿੰਦਾ ਨਹੀਂ ਕੋਈ। ਅਰੈ ਮੂਹ ਅਗਾਰੀ ਸਹਿ ਤੀਰ ਭਾਰੀ, ਕਿ ਜੈ ਹੈ ਪਲਾਈ ਜਬੈ ਬਾਨ ਖਾਈ। ਦੇਖਦਾ ਫਿਰ ਮੈਨੂੰ ਪਹਿਲਾ ਟਾਈਮ ਦੇ ਦਿੱਤਾ ਹੈ, ਮੇਰੀ ਵਾਰੀ ਪਹਿਲਾਂ ਦੇ ਦਿੱਤੀ ਹੈ ਤੀਰ ਚਲਾਉਣ ਦੀ। ਦੇਖਦਾ ਮੇਰੇ ਤੀਰਾਂ ਨੂੰ ਕਿਵੇਂ ਝੱਲਦਾ ਹੈ ਕਿ ਖਾ ਕੇ ਭੱਜ ਜਾਂਦਾ ਹੈ। ਕਹਿਓ ਊਚ ਵਾਕੰ ਕਿ ਜੈ ਵਾਰ ਪ੍ਰਾਕੰ, ਹਿੰਦੂ ਕੇਰੀ ਪੀਰੰ ਅਹੋ ਵੀਰ ਧੀਰੰ। ਪਰ ਫਿਰ ਵੀ ਉੱਚੀ ਆਵਾਜ਼ 'ਚ ਕਹਿਣ ਲੱਗਿਆ, ਉਹ ਹਿੰਦੂਆਂ ਦੇ ਪੀਰ, ਸਿੱਖਾਂ ਦੇ ਪੀਰ ਗੁਰੂ, ਤੂੰ ਪਹਿਲਾ ਵਾਰ ਕਰ ਲੈ, ਕੋਈ ਗੱਲ ਨਹੀਂ। ਲੱਗੈ ਵਾਰ ਮੇਰਾ ਹਯੰ ਦੇਹ ਗੇਰਾ, ਜਦ ਮੈਂ ਤੀਰ ਛੱਡੂੰਗਾ ਤੇਰਾ ਘੋੜਾ ਡਿੱਗ ਪੈਣਾ। ਬਚੈਂਗੇ ਨਾ ਪ੍ਰਾਨੰ ਵਿਦੋ ਏਕ ਬਾਨਾ। ਮੈਨੂੰ ਤੂੰ ਵਾਰੀ ਪਹਿਲਾਂ ਦੇਤੀ ਹੈ, ਮੇਰਾ ਇੱਕੋ ਹੀ ਤੀਰ ਵਾਧੂ ਹੈ, ਜਾਂ ਤੂੰ ਡਿੱਗ ਪਏਗਾ ਘੋੜੇ ਤੋਂ ਜਾਂ ਤੇਰਾ ਘੋੜਾ ਡਿੱਗ ਪਵੇਗਾ। ਇਸ ਕਰਕੇ ਪਹਿਲਾਂ ਤੂੰ ਤੀਰ ਚਲਾ ਲੈ। ਦੋਹਰਾ ਮਮਖ ਤੰਗ ਵੱਡ ਜਾਲਮੀ, ਕਰਦਮ ਗਰਦ ਸ਼ਿਤਾਬ, ਬਿਨਾ ਜਤਨ ਜਿਮ ਮਰਦ ਵੀ ਬਿਰਸੈ ਫੂਲ ਗੁਲਾਬ। ਕਹਿਣ ਲੱਗੇ ਮੇਰੇ ਤੀਰ ਬੜੇ ਭੈੜੇ ਆ। ਪੈਂਡੇ ਖਾਂ ਕਹਿੰਦਾ ਹੰਕਾਰ 'ਚ ਹੈ, ਕਹਿੰਦਾ ਮੇਰੇ ਤੀਰ ਬੜੇ ਭੈੜੇ ਆ, ਇੱਕ ਮਿੰਟ ਵਿੱਚ ਜ਼ਾਲਮੀ ਹਨ ਔਰ ਮਿੱਟੀ ਵਿੱਚ ਮਿਲਾ ਦਿੰਦੇ ਹਨ, ਜਿਵੇਂ ਗੁਲਾਬ ਦੇ ਫੁੱਲ ਨੂੰ ਸਹਿਜੇ ਹੀ ਮਲਿਆ ਜਾ ਸਕਦਾ ਹੈ। ਮੇਰਾ ਤੀਰ ਤੁਹਾਨੂੰ ਛੱਡੇਗਾ ਨਹੀਂ, ਤੁਸੀਂ ਪਹਿਲਾਂ ਚਲਾ ਕੇ ਦੇਖ ਲਓ। ਸੁਨ ਗੁਰੂ ਤਬ ਹੈ ਉੱਤਰ ਬਖਾਨ, ਅਬਲ ਸੋ ਬਿੰਗਾਰੀ ਆਪ ਆਨ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪਹਿਲਾਂ ਬੰਗਾਰਿਆ ਕਿਹਨੇ ਸੀਗਾ? ਤੂੰ ਬੰਗਾਰਿਆ ਸੀ ਨਾ, ਮੈਂ ਗੁਰੂ ਗੋਬਿੰਦ ਲੜਨਾ, ਇਸ ਕਰਕੇ ਪਹਿਲਾਂ ਤੈਨੂੰ ਵਾਰੀ ਦੇਣੀ ਆ। ਅਬਲ ਸੋ ਵਾਰ ਕਰਦਮ ਬਨੰਤ, ਇਹੋ ਰੀਤ ਜੰਗ ਕੀ ਭਟ ਲਖੰਤ। ਇਹੀ ਜੰਗ ਦੀ ਸਹੀ ਰੀਤ ਹੈ, ਜਿਹੜਾ ਬੰਗਾਰਦਾ ਉਹ ਪਹਿਲਾਂ ਤੀਰ ਚਲਾਵੇ। ਤੂੰ ਬੰਗਾਰਿਆ ਮੈਨੂੰ, ਮੈਂ ਤੈਨੂੰ ਵਾਰੀ ਦਿੰਦਾ ਹਾਂ। ਸੁਣ ਕਰ ਪਠਾਨ ਚਮਕਿਓ ਬਿਲੰਦ, ਦਲ ਦਉ ਦੇਖਤ ਹੋਏ ਕੋ ਨਿਕੰਦ। ਚਲੋ ਗੁਰੂ ਗੋਬਿੰਦ ਸਿੰਘ ਜੀ ਨਾਲ ਪੈਂਦੇ ਖਾਨ ਦੀ ਲੜਾਈ ਸ਼ੁਰੂ ਹੋ ਗਈ ਨਾ, ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਤੇ ਬਾਕੀ ਫੌਜਾਂ ਖੜ ਕੇ
ਦੇਖਣ ਲੱਗੀਆਂ ਜੰਗ ਦੇ ਮੈਦਾਨ ਵਿੱਚ। ਸਭ ਸਿੰਘ ਲਖੈ ਹੱਥ ਪ੍ਰਾਨ ਖਾਨ, ਗੁਰੂ ਸੰਗ ਜੁਟਿਓ ਨਹਿ ਦੇਹ ਜਾਨ। ਔਰ ਸਿੰਘਾਂ ਨੂੰ ਪੂਰਨ ਭਰੋਸਾ ਹੈ ਗੁਰੂ ਗੋਬਿੰਦ ਸਿੰਘ ਜੀ ਤੇ, ਕਹਿੰਦੇ ਮੂਰਖ ਨੇ ਕਿੱਥੇ ਪੰਗਾ ਲੈ ਲਿਆ, ਸਾਡੇ ਨਾਲ ਲੜ ਪੈਂਦਾ, ਕੁਝ 5-7 ਮਾਰ ਜਾਂਦਾ ਭਾਵੇਂ, ਪਰ ਗੁਰੂ ਸਾਹਿਬ ਇਹਨੂੰ ਵਾਪਸ ਨਹੀਂ ਜਾਣ ਦੇਣਗੇ। ਹੁਣ ਸਭ ਤੁਰਕ ਭਨ ਹੈ ਇਹ ਬਲ ਮਹਾਨ, ਭਟ ਲਖੈ ਸੋ ਵਿਦਿਵਾਨ ਖਾਨ। ਔਰ ਮੁਸਲਮਾਨ ਕਹਿੰਦੇ ਹੈ ਕਿ ਪੈਂਡੇ ਖਾਂ ਬੜਾ ਤੀਰ ਕਮਾਨ 'ਚ ਹੀ ਹੈ, ਬੜਾ ਯੋਧਾ ਹੈ, ਬੜੀ ਤਾਕਤ ਰੱਖਦਾ ਹੈ, ਬੜਾ ਵਿਦਿਆਵਾਨ ਹੈ। ਜਬ ਤਜ ਹੈ ਤੀਰ ਗੁਰ ਬਚੈ ਨਾਹੀ, ਅਬ ਫਤਿਹ ਹੋਏ ਹਮ ਜੰਗ ਮਾਹੇ। ਤੁਰਕ ਇਹ ਕਹਿੰਦੇ ਹੈ ਭਾ ਪੈਂਦੇ ਖਾਨ ਦੇ ਬੰਦੇ ਕਹਿੰਦੇ ਆ ਸਾਡਾ ਪੈਂਡੇ ਖਾਂ ਘੱਟ ਨਹੀਂ ਹੈ, ਜੇ ਇਹਨੇ ਤੀਰ ਚਲਾਤਾ ਗੁਰੂ ਸਾਹਿਬ ਨੇ ਬਚਣਾ ਨਹੀਂ, ਜੰਗ ਅਸੀਂ ਜਿੱਤ ਜਾਣੀ ਹੈ। ਪਰ ਖਾਲਸਾ ਕਹਿ ਰਿਹਾ ਹੈ ਕਿ ਇਹਨੇ ਗਲਤ ਥਾਂ ਹੱਥ ਪਾ ਲਿਆ। ਕਹੋ ਸਤਨਾਮ। ਇਹਨੇ ਕਿੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੰਗਾਰ ਲਿਆ ਹੈ ਤੇ ਗੁਰੂ ਸਾਹਿਬ ਇਹਨੂੰ ਹੁਣ ਵਾਪਸ ਜਿਉਂਦਾ ਨਹੀਂ ਜਾਣ ਦੇਣਗੇ। ਬਖਤਰ ਦਊਨ ਕੇ ਅੰਗ ਸੰਗ, ਦੋਨੋਂ ਪ੍ਰਹਾਰ ਜਨ ਹੈ ਖਤੰਗ। ਔਰ ਬਖਤਰ ਹੁੰਦਾ ਗੁਰੂ ਪਿਆਰੋ ਸੰਜੋਆ, ਪੈਂਡੇ ਖਾਂ ਤਾਂ ਮੂੰਹ ਵੀ ਸੰਜੋ ਨਾਲ ਢੱਕ ਕੇ ਆਇਆ ਹੈ। ਸਾਰਾ ਪਿੰਡਾ ਬਖਤਰ ਬੰਦ ਹੈ, ਜਿਵੇਂ ਬਖਤਰ ਬੰਦ ਗੱਡੀਆਂ ਹੁੰਦੀਆਂ ਉਹਨਾਂ ਵਿੱਚ ਬੰਦੂਕ ਦੀ ਗੋਲੀ ਟੱਪਦੀ, ਇਸੇ ਤਰ੍ਹਾਂ ਬੰਦਾ ਵੀ ਬਖਤਰ ਬੰਦ ਹੋ ਜਾਂਦਾ ਹੈ। ਜਾਲੀ ਹੁੰਦੀ ਹੈ ਪੱਕੇ ਲੋਹੇ ਦੀ, ਉਹ ਗੁਰੂ ਪਿਆਰੋ ਸਿਰ ਤੋਂ ਲਮਕਾ ਕੇ ਧੌਣ ਦੇ ਉੱਤੋਂ ਦੀ ਹੁੰਦੀ ਹੋਈ ਪੇਟ ਤੱਕ ਪਾਈ ਹੁੰਦੀ ਹੈ, ਜਿਸ ਨੂੰ ਤਲਵਾਰ ਨਹੀਂ ਵੱਢ ਸਕਦੀ। ਤਾਂ ਹੁਣ ਇਸ ਨੇ ਉਸ ਤਰ੍ਹਾਂ ਆਪਣੇ ਆਪ ਨੂੰ ਬਖਤਰ ਬੰਦ ਕੀਤਾ ਹੋਇਆ ਹੈ, ਸੋਚਦਾ ਗੁਰੂ ਮੈਨੂੰ ਕਿਵੇਂ ਮਾਰ ਸਕਦਾ ਹੈ। ਵਾਂਛਤ ਵਿਸਾਲ ਦੋਨੋਂ ਸੋ ਜੰਗ, ਦਵੈ ਵੀਰ ਬਹਾਦਰ ਸ਼ਤਰ ਭੰਗ। ਔਰ ਇਧਰ ਗੁਰੂ ਸਾਹਿਬ ਵੀ ਘੱਟ ਨਹੀਂ ਤੇ ਪੈਂਡੇ ਖਾਂ ਨੂੰ ਵੀ ਆਪਣੀ ਤਾਕਤ ਤੇ ਆਪਣੀ ਕਮਾਨ ਵਿਦਿਆ ਤੇ ਤੀਰ ਕਮਾਨ ਦੀ ਵਿਦਿਆ ਤੇ ਬੜਾ ਮਾਣ ਹੈ। ਬਲੀ ਚੁਫੇਰੇ ਫੇਰ ਖਾਨ, ਗੁਰ ਦਿਸ਼ ਤਕਾਈ ਬਗਰਾਏ ਬਾਨ। ਔਰ ਹੁਣ ਇਸ ਨੂੰ ਫਿਰ ਆਗਿਆ ਦੇਤੀ ਪਾਤਸ਼ਾਹ, ਕਹਿੰਦੇ ਤੂੰ ਚਲਾ। ਹੁਣ ਇਸ ਨੇ ਮੰਨ ਕੇ ਫਿਰ ਘੋੜੇ ਨੂੰ ਆਪਣੇ ਨੂੰ ਸੈੱਟ ਕਰਨਾ ਸ਼ੁਰੂ ਕੀਤਾ, ਗੁਰੂ ਸਾਹਿਬ ਦੇ ਸਰੀਰ ਨੂੰ ਦੇਖ ਕੇ ਨਿਸ਼ਾਨਾ ਬਿੰਨਣਾ ਸ਼ੁਰੂ ਕੀਤਾ ਹੈ। ਚੁਕ ਦੰਡ ਕਰ ਲਛ ਭਾਰ, ਹੋਏ ਸਮੁਖ ਤੇ ਆਗ ਦੀਨਸ ਕਰਾਲ। ਔਰ ਇਧਰ ਗੁਰੂ ਸਾਹਿਬ ਦੇ ਵੀ ਉਹੀ ਚੀਜ਼ਾਂ ਪਹਿਨੀਆਂ ਹੋਈਆਂ, ਧੌਣ ਦੇ ਉੱਪਰ ਆਦਿ ਸਾਰੇ ਸਰੀਰ ਦੇ ਉੱਪਰ ਪਹਿਨਿਆ ਹੋਇਆ ਸਭ ਕੁਝ। ਔਰ ਇਸ ਨੇ ਘੋੜਾ ਹਲਾ ਕਰਕੇ ਨਿਸ਼ਾਨਾ ਬਿੰਨਿਆ ਤੇ ਜਿੱਥੇ ਨੂੰ ਲੱਗਿਆ ਕਿ ਇੱਥੋਂ ਤੀਰ ਖੁੱਭ ਸਕਦਾ ਹੈ, ਇਹਨੇ ਤੀਰ ਖਿੱਚ ਕੇ ਛੱਡ ਦਿੱਤਾ ਹੈ ਜੀ। ਬੇਗ ਸੰਗ ਛੁਕਿਓ ਪੁਛਟੰਤ, ਜਾਨ ਸਰਪ ਕੁਲੀ ਤਛਕ ਲਸੰਤ। ਛੱਪਾਂ ਦੀ ਕੁੱਲ ਵਿੱਚੋਂ ਤਛਕ ਨਾਗ ਜਿਹੜਾ ਬੜਾ ਭਿਆਨਕ ਹੈ, ਇਹ ਸਕਿੰਟ ਦੇ ਵੀ 100ਵੇਂ ਹਿੱਸੇ ਵਿੱਚ ਹਮਲਾ ਕਰਦਾ ਹੈ। ਕਹੋ ਸਤਨਾਮ। ਆਪਾਂ ਸਕਿੰਟ ਲੰਘਦਾ ਵੇਖਦੇ ਆ ਨਾ ਘੜੀ ਤੇ, ਉਸ ਦੇ ਵੀ 100ਵੇਂ ਹਿੱਸੇ ਵਿੱਚ ਹਮਲਾ ਕਰਦਾ, ਜਿਹਦੇ ਹਮਲਾ ਕਰਦਾ ਸਿੱਧਾ ਮੱਥੇ 'ਚ ਬੰਦਾ ਬਚਦਾ ਨਹੀਂ ਮੁੜ ਕੇ। ਕਹੋ ਸਤਨਾਮ। ਕਹਿੰਦੇ ਮਾਨੋ ਇਹਦਾ ਤੀਰ ਤਛਕ ਨਾਗ ਦੀ ਤਰ੍ਹਾਂ ਛੁਕਦਾ ਹੋਇਆ ਚੱਲਿਆ। ਗੁਰੂ ਤੇਜ ਹਾਥ ਬਹਿਕਾਏ ਦੀਨ, ਬਟ ਹੁਤੋ ਸ਼ਬਦਾਇਕ ਸਰਬ ਚੀਨ। ਔਰ ਗੁਰੂ ਸਾਹਿਬ ਕਿਹੜਾ ਘੱਟ ਸੀ, ਉਹਨਾਂ ਨੇ ਆਪਣੇ ਘੋੜੇ ਨੂੰ ਹਿਲਾਇਆ ਔਰ ਉਸ ਦੇ ਤੀਰ ਨੂੰ ਸਾਈਡ ਤੋਂ ਲੰਘਾ ਦਿੱਤਾ ਹੈ, ਉਹਦਾ ਨਿਸ਼ਾਨਾ ਨਹੀਂ ਲੱਗਿਆ। ਸਰ ਤਉ ਲੱਗਿਓ ਨਹਿ ਬੀਚ ਪਾਰ, ਛੋਏ ਕਾਨ ਸਾਥ ਪੁਨ ਅਗਰ ਨਾਚਾਰ। ਔਰ ਜਿਹੜਾ ਤੀਰ ਸੀਗਾ ਦਸਤਾਰ ਦੇ ਕੋਲ ਦੀ ਕੰਨ ਕੋਲ ਦੀ ਟੱਪ ਗਿਆ, ਉਹਨੇ ਮੱਥੇ ਨੂੰ ਸਨ ਕੇ ਨਿਸ਼ਾਨਾ ਲਾਇਆ ਸੀ। ਦੇਖ ਗੁਰੂ ਕਹਿਤ ਕਿਹ ਨਿਕਟ ਸੀਖ, ਵੱਡ ਤੀਰ ਮਦਾਜ ਨਾ ਪ੍ਰਦੀਖ। ਹੁਣ ਹੰਕਾਰੀ ਨੂੰ ਹੰਕਾਰ ਦੇ ਉਹਦੇ ਤੇ ਚੋਟ ਲਾਈ ਜਾਵੇ ਕਿ ਉਹ ਬੜਾ ਤੜਫ ਜਾਂਦਾ ਹੈ, ਕਹਿੰਦੇ ਓਏ ਤੂੰ ਕਿੱਥੋਂ ਸਿੱਖ ਕੇ ਆਇਆ, ਤੇਰਾ ਗੁਰੂ ਕੌਣ ਹੈ, ਤੈਨੂੰ ਜਮਾਂ ਨਹੀਂ ਤੀਰ ਚਲਾਉਣਾ ਆਉਂਦਾ, ਤੈਨੂੰ ਪਹਿਲਾ ਟਾਈਮ ਦਿੱਤਾ, ਤੂੰ ਤਾਂ ਕਹਿੰਦਾ ਸੀ ਮੇਰਾ ਤੀਰ ਇੱਕੋ ਹੀ ਵਾਧੂ ਆ, ਜਾਂ ਘੋੜਾ ਡਿੱਗ ਪੂ ਜਾਂ ਮੈਂ ਡਿੱਗ ਪੂ, ਮਾਰਿਆ ਨਾ ਤੀਰ, ਤੈਨੂੰ ਨਹੀਂ ਹੈ ਤੀਰ, ਮੈਂ ਤੈਨੂੰ ਦੱਸਦਾ ਕਿਵੇਂ ਚੱਲਦਾ ਹੈ। ਚੁੱਕ ਗਇਓ ਰਹਿ ਪਛਤਾਵ ਧੂਰ, ਸਭ ਗਇਓ ਨਿਫਲ ਜੇਤਕ ਗਰੂਰ। ਅਜੇ ਪੈਂਡੇ ਖਾਂ ਦਾ ਹੰਕਾਰ ਟੁੱਟ ਗਿਆ, ਇਸ ਦਾ ਨੇਫਲ ਚਲਿਆ ਗਿਆ ਇਹਦਾ ਹੰਕਾਰ ਤੀਰ ਅੰਦਾਜ਼ੀ ਦਾ, ਕਿਉਂਕਿ ਇਹਦਾ ਪਹਿਲਾ ਨਿਸ਼ਾਨਾ ਜਿਹੜਾ ਨੇਫਲ
ਚਲਿਆ ਗਿਆ ਦਸਤਾਰ ਦੇ ਕੋਲ ਦੀ, ਸਿੱਧਾ ਲੰਘ ਗਿਆ। ਅਬ ਫੇਰਵਾਰ ਦੂਸਰ ਕਰਿਓ ਨਹਿ ਰਹਿ ਮਾਖਤਾ ਹੀਰ ਲਿਓ। ਕਹਿਣ ਲੱਗੇ ਕਿ ਤੇਰੇ ਮਨ ਵਿੱਚ ਅਰਮਾਨ ਨਾ ਰਹਿ ਜੇ ਕਿ ਮੈਨੂੰ ਦੂਜੀ ਵਾਰ ਸਮਾਂ ਮਿਲ ਜਾਂਦਾ ਤਾਂ ਮੈਂ ਜ਼ਰੂਰ ਮਾਰ ਲੈਂਦਾ। ਲੈ ਤੈਨੂੰ ਇੱਕ ਸਮਾਂ ਹੋਰ ਦਿੰਦੇ ਹਾਂ। ਸੁਨ ਕੈ ਪਠਾਨ ਹੋਏ ਲਾਜਲੀਨ ਨਹਿ ਕਹਿਤ ਬਾਤ ਮੁਖ ਮੌਨ ਕੀਨ। ਔਰ ਜਿਹੜਾ ਹੰਕਾਰ ਜਾ ਲੈ ਕੇ ਆਇਆ ਸੀ ਨਾ, ਸਾਹਮਣੇ ਵੰਗਾਰਦਾ ਸੀ, ਗੁਰੂ ਸਾਹਿਬ ਨੂੰ ਲਲਕਾਰੇ ਮਾਰਦਾ ਸੀ, ਇਹਦਾ ਉਹ ਹੰਕਾਰ ਤਾਂ ਖਤਮ ਹੋ ਗਿਆ। ਹੋਰ ਗੁਰੂ ਪਿਆਰੋ ਸ਼ਰਮਸ਼ਾਰ ਜਾ ਹੋ ਕੇ ਨੀਵੀਂ ਪਾ ਕੇ ਸੋਚਾਂ ਵਿੱਚ ਡੁੱਬਿਆ ਹੋਇਆ ਹੈ। ਮੈਂ ਕੀ ਕਰਾਂ ਹੁਣ? ਇਹ ਮੈਨੂੰ ਦੁਬਾਰਾ ਸਮਾਂ ਦੇ ਰਿਹਾ। ਗੁਰੂ ਘਰ ਦਾ ਅਸੂਲ ਹੀ ਐਸਾ ਹੈ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਪਾਵੇ। ਅਸੀਂ ਥੋੜਾ ਮੰਗਦੇ ਹਾਂ, ਖੁੱਲੇ ਗੱਫੇ ਦਿੰਦਾ ਹੈ, ਤੇ ਪਾਤਸ਼ਾਹ ਜੀ ਨੇ ਇਸ ਨੂੰ ਵੀ ਖੁੱਲਾ ਗੱਫਾ ਦਿੱਤਾ ਹੈ। ਕਹਿੰਦੇ ਤੈਨੂੰ ਇੱਕ ਵਾਰੀ ਹੋਰ ਦਿੰਨੇ ਆ, ਕਿਤੇ ਮਰਨ ਵੇਲੇ ਖਿਆਲ ਨਾ ਰਹਿ ਜੇ ਕਿ ਮੈਨੂੰ ਸਮਾਂ ਨਹੀਂ ਮਿਲਿਆ, ਸ਼ਾਇਦ ਮੈਂ ਦੂਜੇ ਤੀਰ ਨਾਲ ਮਾਰ ਲੈਂਦਾ। ਔਰ ਮੈਂ ਬਿਸੂਰ ਕਰਕੇ ਵਿਚਾਰ ਕਹਾਂ ਭਇਓ ਮੋਹਿਗਾ ਨਿਹ ਫਲਵਾਰ। ਪਰ ਇਹ ਤਾਂ ਸੋਚਾਂ 'ਚ ਡੁੱਬਿਆ ਹੋਇਆ ਹੁਣ, ਬਈ ਮੇਰਾ ਵਾਰ ਖਾਲੀ ਕਿਉਂ ਗਿਆ? ਮੇਰਾ ਨਿਸ਼ਾਨਾ ਬੜਾ ਪੱਕਾ ਸੀ। ਆਏ ਕੋ ਤਵਾਏ ਗੁਰ ਭਾਖ ਫੀਰ ਕਰ ਵਾਰ ਖਾਨ ਪੁਨ ਦੁਇਤ ਵੀਰ। ਬਾਦਸ਼ਾਹ ਜੀ ਘੋੜੇ ਨੂੰ ਹਿਲਾ ਕੇ ਇੱਧਰ ਉੱਧਰ ਕਰਦੇ, ਕਹਿੰਦੇ ਖਾਨਾ ਸੋਚਾਂ 'ਚ ਕਿਉਂ ਡੁੱਬਿਆ? ਤੈਨੂੰ ਇੱਕ ਸਮਾਂ ਹੋਰ ਦਿੰਨੇ ਆ, ਆਪਣੇ ਮਨ ਦੀ ਇੱਛਾ ਪੂਰੀ ਕਰ ਲੈ। ਕਿਤੇ ਸਾਡੇ ਤੀਰ ਨਾਲ ਮਾਰਿਆ ਜਾਵੇਂ ਤੇ ਮੁੜ ਕੇ ਰਹਿ ਜੇ ਖਿਆਲ ਕਿ ਮੈਂ ਮਾਰ ਨਹੀਂ ਸਕਿਆ। ਰਬ ਵਾਰ ਵਾਰ ਤੇਹ ਕੋ ਸੁਨਾਈ ਮਨ ਰੱਖੋ ਨਾਹੀ ਕਰ ਲੈ ਹੁਦਾਈ। ਬਾਦਸ਼ਾਹ ਨੂੰ ਵਾਰ-ਵਾਰ ਕਹਿੰਦੇ ਆ, ਓਏ ਤੂੰ ਮਨ ਵਿੱਚ ਨਾ ਰੱਖੀ ਕਿਤੇ, ਤੈਨੂੰ ਫੇਰ ਦਾ ਦਿੰਨੇ ਆ, ਇੱਕ ਦਾ ਹੋਰ ਲਾ ਕੇ ਦੇਖ ਲੈ। ਤਬ ਪੈਂਡ ਖਾਨ ਚੀਪ ਕਹਿਤ ਬੈਨ ਸਨਮੁਖ ਨਾ ਹੋਤ ਮੋਹਿ ਲਾਜ ਨੈਨ। ਪੈਂਡੇ ਖਾਨ ਖਿੱਚ ਕੇ ਕਿਹਾ ਸ਼ਰਮ ਨਾਲ, ਮੇਰੀਆਂ ਅੱਖਾਂ ਜਿਹੜੀਆਂ ਹਨ ਹੁਣ ਤੁਹਾਡੇ ਸਾਹਮਣੇ ਨਹੀਂ ਜਾ ਰਹੀਆਂ। ਕਿਹੜਾ ਝੱਲੇ ਗੁਰੂ ਦੀ ਝਾਲਾ, ਗੁਰੂ ਗੋਬਿੰਦ ਸਿੰਘ ਜੀ ਦੀ ਝਾਲ ਕੌਣ ਚੱਲ ਸਕੇ? ਉਹ ਲज्जित ਹੋ ਗਿਆ, ਸ਼ਰਮਸ਼ਾਰ ਹੋ ਗਿਆ। ਬਾਬਾ ਜੀ ਵਾਰ-ਵਾਰ ਕਹਿ ਰਹੇ ਹੈ ਤੂੰ ਇੱਕ ਹੋਰ ਮਾਰ ਲੈ। ਨਿਕਟ ਹੋਏ ਏਮ ਬਾਨ ਤਿਆਗ ਤੁਮ ਮੋ ਜਿਤ ਦੇਖੋ ਨਹਿ ਕਿਤ ਹੋ ਲਾਗ। ਔਰ ਫਿਰ ਕਹਿਣ ਲੱਗਿਆ ਮੈਂ ਨੇੜੇ ਹੋ ਕੇ ਇਸ ਤਰ੍ਹਾਂ ਬਾਣ ਛੱਡਿਆ ਸੀ ਜਿਹੜਾ ਛੱਡਿਆ ਪਹਿਲਾਂ। ਪਾਤਸ਼ਾਹ ਨੇ ਖੁੱਲਾ ਟਾਈਮ ਦੇਤਾ, ਸਾਹਮਣੇ ਖੜ ਕੇ ਮਾਰ ਕੇ ਦੇਖ ਲੈ। ਜਦ ਛੱਡਿਆ ਔਰ ਥੋੜੀ ਜੀ ਦੂਰੀ ਤੋਂ ਛੱਡਿਆ, 5-7 ਫੁੱਟ ਦੀ 10 ਫੁੱਟ ਦੂਰ ਤੋਂ ਛੱਡਿਆ ਹੁਣ, ਤੇ ਇੰਨੇ ਥਾਂ ਵਿੱਚੋਂ ਤੀਰ ਕਿੰਨੇ ਸਮੇਂ 'ਚ ਲੰਘ ਸਕਦਾ? ਤੇ ਉਹ ਤੋਂ ਕਿੰਨੇ ਘੱਟ ਸਮੇਂ 'ਚੋਂ ਪਾਤਸ਼ਾਹ ਨੇ ਘੋੜਾ ਹਿਲਾ ਕੇ ਪਾਸੇ ਕਰ ਲਿਆ। ਇਸ ਕਰਕੇ ਕਹਿੰਦਾ ਇੰਨੀ ਨੇੜਿਓਂ ਤੀਰ ਛੱਡਿਆ ਵੀ ਤੁਹਾਡੇ ਨਹੀਂ ਲੱਗਿਆ। ਮੈਨੂੰ ਬੜਾ ਹੀ ਜਿਹੜਾ ਹੈ ਇਸ ਤੇ ਪਛਤਾਵਾ ਹੈ। ਬਹੁ ਕਰਾ ਬਿਆਸ ਤਿਸ ਕੋ ਤਿਕਾਰ ਇਸ ਵਕਤ ਚੁੱਕਿਓ ਦੋਏ ਦਲ ਮਝਾਰ। ਦੋ ਦਲ ਖੜੇ ਆ, ਤੁਰਕ ਵੀ ਖੜੇ ਆ, ਜਿਹੜੇ ਵਾਹ ਕਰਦੇ, ਜਿਨ੍ਹਾਂ ਵਿੱਚ ਬੜੀ ਵਾਹ ਖੜਦਾ ਹੋਣਾ ਹੈ ਪੈਂਡੇ ਖਾਨ। ਬੜੀ ਮਸ਼ਹੂਰੀ ਹੋਣੀ ਆ ਮੁਗਲਾਂ ਦੇ ਵਿੱਚ, ਤੁਰਕਾਂ ਦੇ ਵਿੱਚ ਇਸ ਦੀ, ਬਈ ਪੈਂਦੇ ਖਾਂ ਬੜਾ ਮਹਾਨ ਸਾਡਾ ਯੋਧਾ ਹੈ, ਇਹਦਾ ਤੀਰ ਨਹੀਂ ਚੁੱਕਦਾ। ਅੱਜ ਦੋ ਦਲਾਂ ਦੇ ਸਾਹਮਣੇ ਮੇਰੀ ਜਿੱਥੇ ਤੀਰ ਚੁੱਕਿਆ ਉੱਥੇ ਬੇਇੱਜ਼ਤੀ ਵੀ ਹੋ ਗਈ ਆ। ਇੱਧਰ ਖਾਲਸਾ ਫੌਜਾਂ ਦੇਖ ਰਹੀਆਂ, ਉਧਰ ਉਹਦੀ ਆਪਦੀ 10,000 ਫੌਜ, ਉਹਨੂੰ ਵੀ ਪਤਾ ਲੱਗਿਆ ਕਿ ਇਹਦਾ ਤੀਰ ਅੱਜ ਚੁੱਕ ਗਿਆ। ਓਏ ਵੀਰ ਬਹਾਦਰ ਏਕ ਵੀਰ ਪਰ ਕਹਿਤ ਅਵੈ ਤੁਮ ਬਾਰ ਬਾਰ। ਕਹਿਣ ਲੱਗੇ ਇੱਕ ਵਾਰੀ ਹੀ ਵੀਰ ਬਹਾਦਰ ਨੂੰ ਸਮਾਂ ਮਿਲਦਾ ਵਾਰ ਕਰਨ ਦਾ, ਪਰ ਤੁਸੀਂ ਮੈਨੂੰ ਵਾਰ-ਵਾਰ ਕਿਉਂ ਕਹਿ ਰਹੇ ਹੋ ਹੁਣ ਵਾਰ ਕਰਨ ਲਈ? ਤੁਮਰੇ ਬਚਨ ਕੋ ਵਾਰ ਦੂਜ ਕਰ ਦੋ ਬਨਿਓ ਹਉ ਦੀਹ ਪੂਜ। ਕਹਿਣ ਲੱਗਿਆ ਚੰਗਾ ਫਿਰ ਤੁਸੀਂ ਵਾਰ-ਵਾਰ ਕਹਿੰਦੇ ਹੋ ਤੇ ਮੈਂ ਦੂਸਰਾ ਵਾਰ ਕਰਦਾ ਹਾਂ। ਮੈਂ ਕਰਹੁ ਨਾਹੀ ਇਹੋ ਲਖੋ ਆਏ ਸਾਵਧਾਨ ਆਪ ਹੁਜਹਿ ਬਣਾਏ। ਔਰ ਹੁਣ ਸਾਵਧਾਨ ਹੋ ਜਾਓ, ਮੈਂ ਹੁਣ ਨਾ ਨਹੀਂ ਕਰਾਂਗਾ। ਤੀਰ ਆਇਆ ਮੇਰਾ, ਚੰਗੀ ਤਰ੍ਹਾਂ ਸਾਵਧਾਨ ਹੋ ਕੇ ਮੈਂ ਵੀ ਚਲਾਵਾਂਗਾ। ਤੁਸੀਂ ਵੀ ਆਪਣੇ ਆਪ ਨੂੰ ਬਚਾ ਕੇ ਦਿਖਾਓ ਹੁਣ। ਕਹਿ ਕਰ ਕੁਦੰਡ ਨੀਨਸ ਕਠੋਰ ਭਾਥਾ ਮਝਾਰ ਸਰ ਕੱਢ ਘੂਰ। ਔਰ ਇਹਨਾਂ ਕਹਿ ਕੇ ਇਹਨੇ ਪੱਥੇ ਚੋਂ ਦੂਜਾ ਤੀਰ ਕੱਢਿਆ ਹੈ ਤੇ ਕਮਾਨ ਦੇ ਵਿੱਚ ਝੜੇ ਕਸਿਆ। ਬਾਬਰ ਤਸਾਏ ਵਿੱਚ ਪੰਚ ਫਾਗ ਕਰ ਸ਼ਿਸ਼ਤ ਐਂਚ ਕਰ ਸ਼੍ਰੇਣ ਲਾਗ। ਔਰ ਇਸਨੇ ਤੀਰ ਕੱਢ ਕੇ ਪੱਥੇ ਚੋਂ ਕਮਾਨ ਦੀ ਤਾਰ ਤੇ ਚੜਾਇਆ ਹੈ, ਚਿਲਾ ਚੜਾਇਆ ਗੁਰੂ ਪਿਆਰਿਓ, ਔਰ ਖਿੱਚਿਆ ਤੇ ਸਤਿਗੁਰਾਂ ਦੇ ਵੱਲ ਇਸਨੇ ਨਿਸ਼ਾਨਾ ਬਿੰਨਿਆ।
ਕੰਨਾਂ ਤਾਈਂ ਕਮਾਨ ਨੂੰ ਲੰਬੀ ਖਿੱਚਦਾ ਹੈ। ਅਖਤਰ ਸ਼ਰੀਰ ਆਸ਼ਾਦ ਹੀਰ ਨਹਿ ਨਗਨ ਅੰਗ ਜਿਤ ਹਨ ਹੈ ਟੀਰ। ਔਰ ਨਾਲ ਨਾਲ ਨਿਗਾਹ ਮਾਰ ਰਿਹਾ ਤੀਰ ਭੇਜਾਂ ਕਿਹੜੇ ਪਾਸੇ, ਗੁਰੂ ਸਾਹਿਬ ਦਾ ਕਿਹੜਾ ਥਾਂ ਵੱਧ ਨੰਗਾ ਜਿੱਥੇ ਸਾਡਾ ਤੀਰ ਲੱਗ ਜਾਵੇ। ਸਮ ਸਰਪ ਸ਼ੋਨ ਤੀਖਨ ਕਤੰਗ ਜਿਸ ਬੇਗ ਬਾਹੋ ਤੀਖਨ ਸੁਢੰਗ। ਇਸ ਤਰ੍ਹਾਂ ਸਮ ਸਰਪ ਸ਼ੋਰ ਤੀਖਣ ਕਥੰਗ, ਸੱਪ ਦੀ ਨਿਆਈ ਤਿੱਖਾ ਤੀਰ ਇਹਨੇ ਕਮਾਨ ਚੋਂ ਛੱਡਿਆ, ਬੜੀ ਤੇਜ਼ੀ ਨਾਲ ਆਇਆ ਹੈ। ਅਪਰਾਧ ਰਾਜ ਖਰਸਾਨ ਲਾਗ ਛੁਪਿਓ ਸੋ ਜਾਤ ਜਬ ਖਾਨ ਤਿਆਗ। ਖਬਰੇ ਦੀ ਨਿਆਈ ਚੌੜਾ ਔਰ ਤਿੱਖਾ ਕੀਤਾ ਹੋਇਆ ਜਿਹੜਾ ਕਿ ਉਹ ਜਾਲੀ ਦੀ ਸੰਜੋੜ ਨੂੰ ਵੀ ਇਦਾਂ ਕੱਟ ਦੇਵੇ। ਪੱਕੇ ਲੋਹੇ ਦਾ ਤੀਰ ਹੈ, ਪੱਕੇ ਲੋਹੇ ਦੀ ਜਾਲੀ ਹੁੰਦੀ ਹੈ, ਇਸ ਕਰਕੇ ਤੀਰ ਦਾ ਮੂੰਹ ਤਿੱਖਾ ਹੁੰਦਾ ਹੈ। ਜਾਲੀ ਵਿੱਚ ਇੰਨਾ ਕੁ ਥਾਂ ਹੁੰਦਾ, ਉੱਥੋਂ ਤੀਰ ਵੱਢ ਕੇ ਤੇ ਸਰੀਰ ਨੂੰ ਬਿੰਨ ਜਾਂਦਾ ਹੈ। ਇਸ ਨੇ ਉਹ ਤੀਰ ਕੱਢਿਆ ਖਪਰਾ ਤੀਰ ਤੇ ਪਾਤਸ਼ਾਹ ਵੱਲ ਛੱਡ ਦਿੱਤਾ ਹੈ ਜੀ। ਪੱਟੀ ਸ਼ਾਲ ਗੁਰ ਸਿਰ ਲਪੇਟ ਤੇ ਸ਼ੋਰ ਸਾਥ ਕਰ ਤੀਰ ਭੇਟ। ਸਤਿਗੁਰਾਂ ਦੇ ਸੀਸ ਉੱਪਰ ਰੇਸ਼ਮ ਦੀ ਦਸਤਾਰ ਸਜਾਈ ਹੋਈ ਸੀ। ਅੱਜ ਉਹ ਦਸਤਾਰ ਦੇ ਪੱਲੇ ਨਾਲ ਮਿਲਾ ਕੇ ਉਸ ਪੱਲੇ ਨੂੰ ਉੱਪਰ ਚੁੱਕ ਕੇ ਅੱਗੇ ਨਿਕਲ ਗਿਆ ਹੈ। ਉੱਪਰ ਉਠਾਏਗਾ ਅਗਰ ਦੂਰ ਬਿਸਮਾਏ ਰਹੇ ਦਲ ਦੁਹਨ ਸੂਰ। ਭਾਵ ਇਹਦਾ ਜਿਹੜਾ ਤੀਰ ਛੱਡਿਆ ਪਾਤਸ਼ਾਹ ਜੀ ਨੇ ਦਸਤਾਰ ਦੇ ਨਾਲ ਜਿਹੜੀ ਸੀ ਰੇਸ਼ਮ ਦੀ ਦਸਤਾਰ ਵੱਜੀ ਸੀ, ਉਹਦਾ ਜਿਹਨੂੰ ਆਪਾਂ ਟੌਰਾ ਕਹਿ ਦਿੰਦੇ ਆ, ਪਿੱਛੇ ਇਸ ਤਰ੍ਹਾਂ ਪਾਤਸ਼ਾਹ ਨੇ ਕੰਨਾਂ ਉੱਤੇ ਛੱਡਿਆ ਹੋਇਆ ਸੀਗਾ। ਤੇ ਇਹਦਾ ਤੀਰ ਜਿਹੜਾ ਹੈ ਉਹ ਵੀ ਉਸ ਦਸਤਾਰ ਨੂੰ ਜਿਹੜਾ ਹੈ ਛੂੰਹਦਾ ਹੋਇਆ ਅੱਗੇ ਲੰਘ ਗਿਆ। ਦੋਨੇ ਦਲ ਫਿਰ ਹੈਰਾਨ ਹੋ ਗਏ ਵੀ ਇਹਨੂੰ ਦੂਜਾ ਸਮਾਂ ਦਿੱਤਾ, ਇਹ ਤਾਂ ਦੂਜਾ ਤੀਰ ਵੀ ਗੁਰੂ ਸਾਹਿਬ ਦੇ ਨਹੀਂ ਲੱਗਿਆ। ਉਹ ਪਠਾਨ ਬਹਲਾਜ ਮਾਹੀ ਤੁਰਕਾਨ ਵਿਖੈ ਬੜ ਨਾਮ ਜਾਹੀ। ਜਿਹਦਾ ਦਿੱਲੀ ਦੇ ਵਿੱਚ ਤੂਤੀ ਬੋਲਦੀ ਸੀ ਤੀਰ ਕਮਾਨਚੀ ਦੇ ਕਾਰਨ ਕਿ ਪੈਂਡੇ ਖਾਂ ਬੜਾ ਤਕੜਾ ਯੋਧਾ ਤੇ ਤੀਰਾਂ ਦਾ ਬੜਾ ਅਭਿਆਸੀ ਹੈ, ਪਰ ਅੱਜ ਇਹਦੀ ਸਾਰੀ ਖਤਮ ਹੋ ਗਈ ਆ। ਦੋਨੇ ਦਲ ਵੇਖ ਰਹੇ ਹੈ 10,000 ਫੌਜ ਤੁਰਕਾਂ ਦੀ, ਉਹਨਾਂ ਨੂੰ ਵੀ ਪਤਾ ਲੱਗਿਆ ਕਿ ਗੁਰੂ ਸਾਹਿਬ ਦੇ ਤੀਰ ਨਹੀਂ ਮਾਰ ਸਕਿਆ। ਅਗਰ ਲਛ ਮਨ ਸਤਰ ਵੀਰ ਮੁਝ ਕੋ ਪ੍ਰਚਾਰ ਥਿਰਤਾ ਸਦੀਰ। ਸ਼ਰਮ ਦੇ ਵਿੱਚ ਡੁੱਬ ਗਿਆ ਮਾਨੋ ਇਹ, ਉੱਪਰ ਮੂੰਹ ਨਹੀਂ ਚੱਕਿਆ ਜਾਂਦਾ। ਸਾਹਮਣੇ ਮੇਰੇ ਨਿਸ਼ਾਨਾ ਹੈ ਔਰ ਜੋਧਾ ਗੁਰੂ ਗੋਬਿੰਦ ਸਿੰਘ ਮੈਨੂੰ ਵਾਰ-ਵਾਰ ਵੰਗਾਰ ਰਿਹਾ ਹੈ ਔਰ ਸਾਹਮਣੇ ਖੜਾ ਲੈ ਮਾਰ ਮੇਰੇ ਤੀਰ, ਮੈਂ ਤੇਰੇ ਸਾਹਮਣੇ ਖੜਾ ਔਰ ਹੈਰਾਨ ਦੀ ਗੱਲ ਹੈ ਕਿ ਮੇਰੇ ਇੱਕ ਨਹੀਂ ਦੋ ਨਿਸ਼ਾਨੇ ਜਿਹੜੇ ਨਿਫਲ ਚਲੇ ਗਏ। ਸਾਧ ਹੈ ਕਰਨ ਵਿਦਿਆ ਵਿਸਾਲ ਨਹਿ ਸਰਿਉ ਕਾਰ ਜਬ ਜੰਗ ਕਾਲ। ਜਿਸ ਤੀਰਅੰਦਾਜ਼ੀ ਦੀ ਵਿਦਿਆ ਤੇ ਮੈਂ ਬੜਾ ਘਮੰਡ ਕਰਦਾ ਸੀ, ਮਾਣ ਕਰਦਾ ਸੀ, ਪਰ ਅੱਜ ਜੰਗ ਦੇ ਸਮੇਂ ਮੇਰੀ ਇਹ ਵਿਦਿਆ ਕੰਮ ਨਹੀਂ ਆਈ। ਵਾਰ ਤੈਨਹੁ ਕਹੋ ਬਨਹਿ ਦੀਨ ਜਿਵ ਕੀਏ ਜੰਗ ਮਹਿ ਦੇਨ ਲੈਨ। ਔਰ ਹੁਣ ਤਾਂ ਗੁਰੂ ਗੋਬਿੰਦ ਸਿੰਘ ਨੂੰ ਕਹਿਣਾ ਪੈਣਾ ਹੈ ਕਿ ਹੁਣ ਤੁਸੀਂ ਤੀਰ ਚਲਾ ਲਓ। ਲੈਣ ਦੇਣ ਲਏ ਦਿੱਤੇ ਬਿਨ ਰਹੇ ਨਾ ਕੋਏ। ਜੰਗ ਦੇ ਮੈਦਾਨ ਵਿੱਚ ਵੀ ਲੈਣ ਦੇਣ ਹੁੰਦਾ ਹੈ, ਅਸੀਂ ਪੈਸਿਆਂ ਦਾ ਕਰਦੇ ਹਾਂ, ਉਹ ਸ਼ਸਤਰਾਂ ਦਾ ਕਰਦੇ ਹੈ। ਇੱਕ ਦਾ ਨਾਮ ਵਜੇ ਫਿਰ ਦੂਜਾ ਕਹਿੰਦਾ ਖੜ ਜਾ ਹੁਣ ਮੇਰਾ ਸ਼ਸਤਰ ਵੀ ਲੈਂਦਾ ਜਾਈ, ਤੂੰ ਤਾਂ ਨਹੀਂ ਮਾਰ ਸਕਿਆ। ਹੁਣ ਕੀ ਹੋਇਆ ਹੈ, ਪੈਂਡੇ ਖਾਂ ਸੋਚਦਾ ਹੈ ਬਈ ਮੈਨੂੰ ਇਹਨੇ ਦੂਜਾ ਵਾਰ ਵੀ ਦੇ ਦਿੱਤਾ ਪਰ ਮੇਰਾ ਵਾਰ ਚੱਲਿਆ ਨਹੀਂ। ਦੋਹਰਾ ਇਸ ਵਿਦ ਹੱਥ ਕੈ ਖਾਨ ਸਰ ਰਹੇ ਹਿਰਦੈ ਪਛਤਾਏ। ਤਾਂ ਹੁਣ ਪੈਂਡੇ ਖਾਂ ਜਿਹੜਾ ਹੈ ਪਛਤਾਤਾਪ ਕਰ ਰਿਹਾ ਹੈ ਵੀ ਹੈਰਾਨ ਹੋ ਗਿਆ ਹੈ ਕਿ ਮੇਰਾ ਤੀਰ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਕਿਉਂ ਨਹੀਂ ਲੱਗਿਆ। ਆਦਿਕ ਦੀਨਾ ਵੇਗ ਤੇ ਦੇਖ ਤਰਨ ਵਿਸਮਾਏ। ਔਰ ਪੈਂਡੇ ਖਾਨ ਨੂੰ ਦੂਸਰਾ ਜਰਨੈਲ ਦੀਨਾ ਬੇਗ ਵੀ ਹੈਰਾਨ ਹੋ ਰਿਹਾ ਹੈ ਵੀ ਅੱਜ ਇਹਦੀ ਵਿਦਿਆ ਨੂੰ ਕੀ ਹੋ ਗਿਆ। ਜਿਵੇਂ ਅਰਜਨ ਬੜਾ ਮਸ਼ਹੂਰ ਸੀ ਤੀਰ ਕਮਾਨ ਚਲਾਉਣ 'ਚ, ਘੁੰਮਦੀ ਹੋਈ ਮੱਛੀ ਦੀ ਅੱਖ ਬਿੰਨ ਦਿੱਤੀ ਸੀ, ਪਰ ਅਖੀਰ ਜੰਗਲ ਵਿੱਚ ਜੰਗਲੀ ਲੋਕਾਂ ਤੇ ਮਾਰਿਆ ਗਿਆ। ਫਿਰ ਕਹਾਵਤ ਬਣ ਗਈ ਸਮੋ ਸਮੋ ਸਮਰੱਥ, ਉਹੀ ਅਰਜਨ ਦੇ ਬਾਣ ਤੇ ਉਹੀ ਅਰਜਨ ਦੇ ਹੱਥ। ਕੋ ਸਤਨਾਮ। ਤਾਂ ਫਿਰ ਗੁਰੂ ਪਿਆਰਿਓ ਅੱਜ ਪੈਂਦੇ ਖਾਂ ਜਿਹੜਾ ਹੈ ਬੜਾ ਪਛਤਾਤਾਪ ਕਰ ਰਿਹਾ। ਇਹਦੀਆਂ ਤੁਰਕ ਫੌਜਾਂ ਇਹਨੂੰ ਵੇਖ ਕੇ ਆਉਣ ਵਾਲੇ ਸਮੇਂ 'ਚ ਇਹਦਾ ਮਜ਼ਾਕ ਵੀ ਉਡਾ ਸਕਦੀਆਂ। ਦੀਨਾ ਬੇਗ ਵੀ ਹੈਰਾਨ ਹੈ।
ਭੁਜੰਗ ਛੰਦ ਰਹਿਓ ਖਾਨ ਠੰਡ ਵੱਡੀ ਲਾਜ ਪਾਏ ਭਿਖੈ ਵੀਰ ਸਾਰੇ ਜਥਾ ਜੰਗ ਦਾਏ। ਸਾਰੀ ਜੰਗ ਦੇ ਸੂਰਮੇ ਖੜੇ ਹਨ, ਸਿੰਘ ਵੀ ਖੜ ਗਏ, ਤੁਰਕ ਵੀ ਖੜ ਗਏ। ਇਹਨਾਂ ਦੋ ਜੋਇਆਂ ਦੀ ਜੰਗ ਹੋ ਰਹੀ ਹੈ ਤੇ ਸਾਰਿਆਂ ਨੇ ਵੇਖਿਆ ਕਿ ਪੈਂਡੇ ਖਾਨ ਦੇ ਦੋਨੇ ਨਿਸ਼ਾਨੇ ਨਿਫਲ ਚਲੇ ਗਏ। ਦੋ ਵੀਰ ਬੰਕੇ ਅਰੀਲੇ ਵਿਸਾਲੇ ਦੋ ਸੈਨ ਸੁਆਮੀ ਕੁਦੰਡਮ ਸੰਭਾਲੇ। ਦੋਨੇ ਆਪਣੀਆਂ ਫੌਜਾਂ ਦੇ ਮਾਲਕ ਹਨ, ਦੋਨੇ ਹੀ ਯੋਧੇ ਹਨ। ਹੁਣ ਦੇਖਦੇ ਆ ਕਿਹੜਾ ਜਿੱਤਦਾ ਹੈ। 10ਵੇਂ ਪ੍ਰੀਤਮ ਜੀ ਕਿਵੇਂ ਹਮਲਾ ਕਰਦੇ ਆ, ਕਿਵੇਂ ਪੈਂਡੇ ਖਾਨ ਨੂੰ ਮਾਰਦੇ ਆ, ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ ਤੇ ਆ, ਇੱਥੇ ਰੋਕਣ ਦੀ ਆਗਿਆ ਬਖਸ਼ੋ, ਸਮਾਪਤੀ ਕਰੀਏ ਜੀ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਪੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਆਪੈ ਸਦਾ ਵਿਵੇਕ ਹੇ ਅਪਰੰਪਰ ਹਰਿ ਹਰੇ ਹੈ ਪੀਹੋ ਬਨਹਾਰ ਹੇ ਸੰਤ ਹੈ ਕੈ ਸਦਾ ਸੰਗ ਆਧਾਰ ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਕੋਹੀਐ ਪਰੋਈ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸਚ ਹੋਈ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਈ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ